महला तीजा। तिन भौ संसा क्या करे, जिन सतगुर सिर करतार। ये जो तीन शब्द है, इनू बिल्कुल पोला या तीन नहीं पढ़ना। नन्ने थले हलंत है ते स्ना नू थोड़ा भारा करके बोलना है। तिन तिन भौ संसा क्या करे, जिन सतगुर सिर करतार। आम मनुख की जिंदगी के अंदर कोई ना कोई डर, कोई सहम और कोई ना कोई चिंता तौखला बनया रहिंदा है। गुरु पातशाह जी कहते ने, जिन्हां मनुखां दे सिर ते प्रभु है, गुरु है, भाव जो गुरु और प्रभु की अगवाई विच चलदे ने, गुरु दे ज्ञान मुताबक रब्बी रजा दे अंदर जिंदगी बतीत करदे ने, डर ते चिंता उन्हां दा की विगाड़ सकदे ने? भाव कुछ नहीं विगाड़ सकते। यानी जो गुरु दे ज्ञान दी अगवाई विच रब्बी रजा दे अंदर जिंदगी बितांदे ने, उन्हां दे जीवन अंदर डर नहीं हुंदा। ना वो जुल्म करदे ने, ना वो जुल्म सहारदे ने, ना वो डरदे ने, ना वो डराउंदे ने। उन्हां दी जिंदगी विच चिंता आदिक नहीं हुंदी, क्योंकि उन्हां नूं समझ हुंदी है गुरु ज्ञान राही कि सब कुछ रब्बी रजा दे अंदर हो रहा है। रब्बी रजा पाने तो बाहर कुछ नहीं है। इसलिए उन्हां दे जीवन विच कोई ऐसा कर्म ही नहीं हुंदा जिस राही डर जां चिंतावां पैदा हुंदियां ने। क्योंकि डर और चिंतावां ਸਾਡੇ ਕੀਤੇ ਕੰਮਾਂ ਕਰਕੇ ਪੈਦਾ ਹੁੰਦੀਆਂ ਨੇ। ਜਦੋਂ ਅਸੀਂ ਮਾੜੇ ਕਰਮ ਕਰਦੇ ਹਾਂ ਤਾਂ ਡਰ ਔਰ ਚਿੰਤਾਵਾਂ ਪੈਦਾ ਹੁੰਦੀਆਂ ਨੇ। ਪਰ ਜਦੋਂ ਕੋਈ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਰੱਬੀ ਰਜ਼ਾ ਵਿੱਚ ਜ਼ਿੰਦਗੀ ਜੀਂਦਾ ਹੈ, ਤਾਂ ਉਹ ਕੋਈ ਐਸਾ ਕਰਮ ਹੀ ਨਹੀਂ ਕਰਦਾ ਜਿਸ ਕਰਕੇ ਉਹਦੀ ਜ਼ਿੰਦਗੀ ਅੰਦਰ ਡਰ ਜਾਂ ਚਿੰਤਾ ਪੈਦਾ ਹੋਵੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਸਾਡੀ ਜ਼ਿੰਦਗੀ ਚੋਂ ਡਰ, ਚਿੰਤਾਵਾਂ, ਸੰਸੇ, ਤੌਖਲੇ ਖਤਮ ਹੋਣ, ਤਾਂ ਸਾਨੂੰ ਵੀ ਗੁਰੂ ਗਿਆਨ ਮੁਤਾਬਕ ਰੱਬੀ ਰਜ਼ਾ ਵਿੱਚ ਤੁਰਨ ਦਾ ਯਤਨ ਕਰਨਾ ਚਾਹੀਦਾ ਹੈ। ਧੁਰ ਤਿਨ ਕੀ ਪੈਜ ਰੱਖਦਾ, ਆਪੇ ਰੱਖਣਹਾਰ। ਧੁਰ ਦਾ ਮਤਲਬ ਧੁਰ ਤੋਂ, ਸ਼ੁਰੂ ਤੋਂ। ਰੱਖਿਆ ਕਰਨ ਵਾਲਾ ਪ੍ਰਭੂ ਆਪ ਉਹਨਾਂ ਦੀ ਲਾਜ ਸ਼ੁਰੂ ਤੋਂ ਰੱਖਦਾ ਆਇਆ ਹੈ। ਜਦੋਂ ਤੋਂ ਇਹ ਕਾਇਨਾਤ ਹੋਂਦ ਵਿੱਚ ਆਈ ਹੈ, ਜੋ ਰੱਬੀ ਰਜ਼ਾ ਵਿੱਚ ਤੁਰਨ ਵਾਲੇ ਲੋਕ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਲੋਕ ਨੇ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਨੇ, ਉਹਨਾਂ ਦੀ ਲਾਜਪਤ ਹਮੇਸ਼ਾ ਹੀ ਰਹਿੰਦੀ ਆਈ। ਮੀਨਸ ਕਿ ਉਹ ਕੋਈ ਐਸਾ ਕਰਮ ਹੀ ਨਹੀਂ ਕਰਦੇ ਜਿਸ ਕਰਮ ਕਰਕੇ ਇਨਸਲਟ ਹੋਵੇ, ਜਿਸ ਕਰਮ ਕਰਕੇ ਬੇਪੱਤੀ ਹੋਵੇ, ਜਿਸ ਕਰਮ ਕਰਕੇ ਦੁੱਖ ਹੋਵੇ। ਉਹਨਾਂ ਨੂੰ ਗੁਰੂ ਗਿਆਨ ਰਾਹੀਂ ਅਗਵਾਈ ਮਿਲਦੀ ਰਹਿੰਦੀ। ਮਿਲ ਪ੍ਰੀਤਮ ਸੁਖ ਪਾਇਆ, ਸੱਚੇ ਸ਼ਬਦ ਵਿਚਾਰ। सच्चे शब्द विचार का मतलब सच्चे शब्द की राही विचार के और हरि नूं मिल के सुख पाया का मतलब वो सुख पाउंदे। सुख किवें पाउंदे ने? गुरु दे सच्चे शब्द राही विचार के और प्रभु नूं मिल के, यानी गुरु दे विचार मुताबक, गुरु दे ज्ञान मुताबक जिंदगी जींदे हन। और जो मन बचन कर्म करके गुरु ज्ञान मुताबक जिंदगी जींदा है, ਉਹ ਪ੍ਰਭੂ ਦੇ ਵਿੱਚ ਮਿਲ ਕੇ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਉਹ ਸੁਖ ਪਾਉਂਦੇ ਨੇ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਤੌਰ ਤੇ ਉਹਨਾਂ ਨੂੰ ਅੰਦਰੂਨੀ ਖੁਸ਼ੀ ਮਿਲਦੀ ਹੈ ਔਰ ਹਮੇਸ਼ਾ ਹੀ ਉਹ ਸੁਖੀ ਜ਼ਿੰਦਗੀ ਬਤੀਤ ਕਰਦੇ ਨੇ। ਤੇ ਉਹਦਾ ਸਾਧਨ ਕੀ ਹੈ? ਗੁਰੂ ਸ਼ਬਦ ਦੀ ਵਿਚਾਰ, ਗੁਰੂ ਗਿਆਨ ਨੂੰ ਆਪਣੇ ਵਿਚਾਰ ਮੰਡਲ ਵਿੱਚ ਵਸਾ ਕੇ। ਨਾਨਕ ਸੁਖ ਦਾਤਾ ਸੇਵਿਆ, ਆਪੇ ਪਰਖਣਹਾਰ। नानक शब्द ते थोड़ा जा रुक जाना है। नानक सुखदाता सेविया, आपे परखणहार। हे नानक, जो सुखदाता, सुखां दियां दातां देण वाला, आप ही सब दी परख करन वाला है। रब्बी जो सेवक ने, गुरु दे ज्ञान मुताबक जिंदगी जीण वाले, उसनूं सेवदे ने। भाव ਉਹਦੀ ਸਿਫਤ ਸਲਾਹ ਕਰਦੇ ਨੇ। ਮੀਨਸ ਉਹਦੇ ਗੁਣਾਂ ਦੇ ਧਾਰਨੀ ਹੁੰਦੇ ਨੇ, ਉਹਦੀ ਰਜ਼ਾ ਵਿੱਚ ਤੁਰਦੇ ਨੇ। ਜਿਹੜਾ ਸੁਖਾਂ ਦੀਆਂ ਦਾਤਾਂ ਦੇਣ ਵਾਲਾ ਹੈ ਔਰ ਆਪ ਹੀ ਸਭ ਨੂੰ ਪਰਖਣ ਵਾਲਾ ਹੈ। ਇਹ ਚੀਜ਼ ਸਮਝ ਲੈਣੀ ਹੈ, ਕਿਉਂਕਿ ਜਿੰਨੇ ਵੀ ਸੁੱਖ ਨੇ, ਦੁੱਖ ਨੇ, ਇਹ ਸਭ ਰੱਬੀ ਰਜ਼ਾ ਦੇ ਵਿੱਚ ਨੇ ਔਰ ਹਰ ਇਨਸਾਨ ਦਾ ਜੀਵਨ ਪਰਖਿਆ ਜਾ ਰਿਹਾ ਹੈ। ਯਾਨੀ ਰੱਬੀ ਰਜ਼ਾ ਦੇ ਅੰਦਰ ਹਰ ਚੰਗੇ ਮੰਦੇ ਕਰਮ ਦਾ ਫਲ ਨਾਲ ਦੇ ਨਾਲ ਮਿਲਦਾ ਰਹਿੰਦਾ ਹੈ। ਇਸ ਤੋਂ ਕੋਈ ਵੀ ਮਨੁੱਖ ਕਦੇ ਵੀ ਬਚ ਨਹੀਂ ਸਕਦਾ।
ਜਿਵੇਂ ਆਪਾਂ ਆਮ ਇਹ ਮਿਸਾਲਾਂ ਵਰਤਦੇ ਹਾਂ ਰੋਜ਼ ਹੀ ਕਲਾਸ ਦੇ ਵਿੱਚ, ਕਿ ਸਪੋਜ਼ ਮੈਂ ਹੁਣ ਇੱਥੇ ਬੈਠਾ ਕਿਸੇ ਵੀਰ ਭੈਣ ਨਾਲ ਈਰਖਾ ਕਰਾਂ, ਤਾਂ ਹੁਣ ਬੇਸ਼ੱਕ ਬਾਹਰ ਮੇਰਾ ਪਤਾ ਨਹੀਂ ਲੱਗ ਰਿਹਾ, ਲੇਕਿਨ ਸਿਸਟਮ ਤਾਂ ਮੈਨੂੰ ਪਰਖ ਰਿਹਾ ਨਾ, ਸਿਸਟਮ ਅੰਦਰ ਪਰਖਿਆ ਜਾ ਰਿਹਾ ਹੈ ਕਿ ਈਰਖਾ ਅੰਦਰ ਚੱਲ ਰਹੀ ਹੈ, ਤੇ ਉਹਦਾ ਫਲ ਵੀ ਨਾਲ ਦੇ ਨਾਲ ਜਲਨ, ਅੰਦਰ ਮੇਰੇ ਸੜਨ ਪੈਦਾ ਹੋ ਜਾਏਗੀ। ਤੇ ਜੇ ਮੈਂ ਪ੍ਰੇਮ ਦੇ ਵਿੱਚ ਹਾਂ, ਤਾਂ ਉਹ ਸਿਸਟਮ ਰਾਹੀਂ ਮੇਰੇ ਅੰਦਰ ਸ਼ਾਂਤੀ ਔਰ ਪਿਆਰ ਬਣਿਆ ਰਹੇਗਾ। ਇਸ ਤਰ੍ਹਾਂ ਕੋਈ ਵੀ ਇਨਸਾਨ ਦੁਨੀਆ ਦਾ ਇਸ ਪਰਖ ਤੋਂ ਬਚ ਨਹੀਂ ਪਾਉਂਦਾ। ਤਾਂ ਉਹ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਆਪ ਹੀ ਪਰਖਣ ਵਾਲਾ ਹੈ, ਤੇ ਰੱਬੀ ਪਿਆਰੇ ਉਸ ਰਜ਼ਾ ਦੇ ਅੰਦਰ ਚੱਲਦੇ ਨੇ, ਜੀਵਨ ਬਤੀਤ ਕਰਦੇ ਨੇ ਔਰ ਸੁਖ ਪਾਉਂਦੇ। ਪੌੜੀ, ਜੀ ਜੰਤ ਸਭ ਤੇਰਿਆ, ਤੂੰ ਸਭਨਾ ਰਾਸ। ਰਾਸ ਦਾ ਮਤਲਬ ਪੂੰਜੀ, ਧਨ। हे ਹਰੀ, ਸਾਰੇ ਜੀ ਜੰਤ ਤੇਰੇ ਨੇ, ਔਰ ਤੂੰ ਸਾਰਿਆਂ ਦੀ ਪੂੰਜੀ ਹੈ, ਸਾਰਿਆਂ ਦਾ ਤੂੰ ਖਜ਼ਾਨਾ ਹੈ। ਹੁਣ ਸਾਰੇ ਇਸ ਸੰਸਾਰ ਦੇ ਅੰਦਰ, ਰੱਬੀ ਨਿਜ਼ਾਮ ਦੇ ਅੰਦਰ, ਰੱਬੀ ਸਿਸਟਮ ਦੇ ਅੰਦਰ, ਰੱਬੀ ਹੁਕਮ ਵਿੱਚ ਪੈਦਾ ਹੋਏ ਨੇ। ਸਭ ਦਾ ਜੀਵਨ ਰੱਬੀ ਹੁਕਮ ਵਿੱਚ ਚੱਲ ਰਿਹਾ ਹੈ। ਸਭ ਨੇ ਹੀ ਰੱਬੀ ਹੁਕਮ ਦੇ ਅੰਦਰ ਹੀ ਖਤਮ ਹੋ ਜਾਣਾ ਹੈ। ਤੇ ਜੋ ਵੀ ਰਾਸ ਪੂੰਜੀ ਹੈ, ਉਹ ਪ੍ਰਭੂ ਦੇ ਜੋ ਗੁਣ ਨੇ, ਪ੍ਰਭੂ ਨੇ ਸਾਰਿਆਂ ਨੂੰ ਦਿੱਤੇ ਨੇ। ਜਿਵੇਂ ਆਪਾਂ ਰੋਜ਼ ਬੇਨਤੀ ਕਰ ਰਹੇ ਹਾਂ ਕਿ ਦੁਨੀਆ ਵਿੱਚ ਕੋਈ ਇੱਕ ਵੀ ਐਸਾ ਮਨੁੱਖ ਨਹੀਂ ਹੈ ਜਿਹਦੇ ਅੰਦਰ ਰੱਬੀ ਗੁਣ ਨਾ ਹੋਣ, ਜਾਂ ਉਹ ਗੁਣਾਂ ਦਾ ਧਾਰਨੀ ਨਾ ਹੋ ਸਕਦਾ ਹੋਵੇ। ਇਹ ਰਾਸ ਪੂੰਜੀ ਸਾਰਿਆਂ ਦੀ ਸਾਂਝੀ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਕੋਈ ਇਸ ਰਾਸ ਪੂੰਜੀ ਨੂੰ ਵਰਤਦਾ ਹੈ ਜਾਂ ਨਹੀਂ ਵਰਤਦਾ, ਇਹ ਉਹਦੀ ਆਪਣੀ ਮਰਜ਼ੀ ਹੈ। ਪਰ ਇਹ ਮਾਲਕ, ਤੂੰ ਸਾਰਿਆਂ ਦੀ ਰਾਸ ਪੂੰਜੀ ਹੈ, ਤੂੰ ਸਾਰਿਆਂ ਨੂੰ ਬਰਾਬਰ ਸਾਰਾ ਕੁਛ ਇਸ ਜਗਤ ਦੇ ਅੰਦਰ ਦਿੱਤਾ ਹੋਇਆ ਹੈ। ਇਹ ਜਿਹੜੀਆਂ ਵੰਡਾਂ ਨੇ, ਉਹ ਅਸੀਂ ਆਪ ਪਾ ਲਈਆਂ ਨੇ। ਜਿਸ ਨੂੰ ਤੂੰ ਦੇਹੀਂ ਤਿਸ ਸਭ ਕਿਛ ਮਿਲੇ, ਕੋਈ ਹੋਰ ਸ਼ਰੀਕ ਨਾਹੀਂ ਤੁਧ ਪਾਸ। ਤੁਧ ਪਾਸ ਦਾ ਮਤਲਬ ਤੇਰੇ ਨਾਲ ਦਾ। ਜਿਸ ਮਨੁੱਖ ਨੂੰ ਤੂੰ ਦਾਤ ਦਿੰਦਾ ਹੈ, ਉਹਨੂੰ ਸਭ ਕੁਝ ਮਿਲ ਜਾਂਦਾ ਹੈ। ਤੇਰੇ ਬਰਾਬਰ ਦਾ ਹੋਰ ਇਸ ਦੁਨੀਆ ਦੇ ਅੰਦਰ ਕੋਈ ਵੀ ਨਹੀਂ ਹੈ। ਹੁਣ ਜਿਸ ਨੂੰ ਤੂੰ ਦਾਤ ਦਿੰਦਾ ਹੈ, ਇਹ ਆਪਾਂ ਵਿਚਾਰ ਕਰ ਚੁੱਕੇ ਹਾਂ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਜਿਹਨੂੰ ਦਾਤ ਪਾਉਂਦੀ ਹੈ, ਜੋ ਪ੍ਰਭੂ ਤੋਂ ਮੰਗਦਾ ਹੈ, ਪ੍ਰਭੂ ਉਹਨੂੰ ਦਾਤ ਦਿੰਦਾ ਹੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਉਹਨੂੰ ਸਭ ਕੁਝ ਮਿਲ ਜਾਂਦਾ ਹੈ। ਔਰ हे ਪ੍ਰਭੂ, ਤੇਰੇ ਵਰਗਾ ਹੋਰ ਕੋਈ ਨਹੀਂ ਹੈ ਜੋ ਇਹ ਦਾਤਾਂ ਦੇ ਸਕਦਾ ਹੋਵੇ, ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ। ਕਿਉਂਕਿ ਸਿਸਟਮ ਤੋਂ ਉਲਟ ਕੋਈ ਵੀ ਕੁਝ ਦੇ ਨਹੀਂ ਸਕਦਾ, ਕੁਝ ਲੈ ਨਹੀਂ ਸਕਦਾ। ਇਸ ਲਈ ਸਾਰੀਆਂ ਦਾਤਾਂ ਪ੍ਰਭੂ ਦੇ ਹੱਥ ਵਿੱਚ ਨੇ, ਤੇ ਜੇ ਅਸੀਂ ਉਹ ਦਾਤਾਂ ਚਾਹੀਏ ਤਾਂ ਸਾਨੂੰ ਉਹ ਮਿਲ ਸਕਦੀਆਂ ਨੇ, ਜਾਂ ਇੰਜ ਕਹੀਏ ਕਿ ਮਿਲੀਆਂ ਹੀ ਹੋਈਆਂ ਨੇ, ਅਸੀਂ ਸਿਰਫ ਵਰਤਣੀਆਂ ਨੇ। ਅੰਦਰ ਬੈਠਾ ਹੈ ਰੱਬ ਸਾਰਿਆਂ ਦੇ। ਤੁਹਾਡਾ ਆਪਣਾ ਆਪਾ ਉਸ ਪ੍ਰਭੂ ਦਾ ਹੀ ਰੂਪ ਹੈ, ਮਨ ਤੋਂ ਜੋਤ ਸਰੂਪ ਹੈ। ਤੇ ਜੇ ਆਪਣੇ ਅੰਦਰਲੇ ਨੂੰ ਕਹੋ ਕਿ ਮੈਨੂੰ ਸੱਚ ਚਾਹੀਦਾ ਹੈ, ਤੇ ਤੁਹਾਡੇ ਅੰਦਰੋਂ ਸੱਚ ਮਿਲ ਜਾਏਗਾ। ਦਇਆ ਚਾਹੀਦੀ ਹੈ, ਦਇਆ ਮਿਲ ਜਾਏਗੀ। ਪ੍ਰੇਮ ਕਰਨਾ ਚਾਹੁੰਦੇ ਹੋ, ਪ੍ਰੇਮ ਮਿਲ ਜਾਏਗਾ। ਲੇਕਿਨ ਇਹ ਤਾਂ ਹੈ ਨਾ, ਜੇ ਬੰਦਾ ਚਾਹੇ, ਜੇ ਬੰਦੇ ਦੀ ਆਪਣੀ ਚਾਹਤ ਹੋਏ, ਤਾਂ ਜਿਸ ਨੂੰ ਤੂੰ ਦਿੰਦਾ ਹੈ ਉਹਨੂੰ ਸਭ ਕੁਝ ਮਿਲਦਾ ਹੈ। ਤੂੰ ਇੱਕੋ ਦਾਤਾ ਸਭਸ ਦਾ, ਹਰ ਪਹਿ ਅਰਦਾਸ। हे ਪ੍ਰਭੂ, ਤੂੰ ਆਪ ਇਕੱਲਾ ਹੀ ਸਾਰਿਆਂ ਦਾ ਦਾਤਾ ਹੈ। ਤੇਰੇ ਕੋਲ ਹੀ ਮੇਰੀ ਅਰਦਾਸ ਹੈ, ਤੇਰੇ ਕੋਲ ਹੀ ਮੇਰੀ ਮੰਗ ਹੈ। ਤੇਰੇ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਹੈ। ਦਾਤਾਂ ਦੇਣ ਵਾਲਾ ਇੱਕੋ ਹੀ ਹੈ। ਔਰ ਇਹ ਗੱਲ ਤਾਂ ਸਾਡੀ ਸਮਝ ਵਿੱਚ ਬਹਿੰਦੀ ਹੈ ਪਾਵਨ ਬਾਣੀ ਪੜ੍ਹ ਕੇ, ਕਿ ਇੱਕ ਹੀ ਸਿਸਟਮ ਦੇ ਅੰਦਰ ਹਵਾ ਹੈ, ਪਾਣੀ ਹੈ, ਅੱਗ ਹੈ, ਧਰਤੀ, ਆਕਾਸ਼, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਜੋ ਕੁਝ ਵੀ ਜਗਤ ਦੇ ਅੰਦਰ ਹੈ, ਸਾਰਾ ਇੱਕ ਸਿਸਟਮ ਦੇ ਵਿੱਚ ਹੀ ਹੈ। ਕੋਈ ਵੱਖਰਾ ਵੱਖਰਾ ਤਾਂ ਇਹਨਾਂ ਚੀਜ਼ਾਂ ਨੂੰ ਚਲਾਉਣ ਵਾਲਾ ਹੈ ਨਹੀਂ। ਇਹ ਨਹੀਂ ਕਿ ਕਣਕ ਕੋਈ ਹੋਰ ਦੇਵਤਾ ਪੈਦਾ ਕਰਦਾ ਹੋਵੇ ਤੇ ਜੌਂ ਕੋਈ ਹੋਰ, ਪਾਣੀ ਕੋਈ ਹੋਰ ਢੰਗ ਨਾਲ ਪੈਦਾ ਹੋ ਰਿਹਾ ਹੈ ਤੇ ਹਵਾ ਨੂੰ ਕੋਈ ਦੇਵਤਾ ਹੋਰ ਚਲਾ ਰਿਹਾ ਹੈ। ਇਹ ਤਾਂ ਹੈ ਨਹੀਂ। ਇਹ ਸਾਰਾ ਕੁਝ ਇੱਕੋ ਸਿਸਟਮ ਦੇ ਹੱਥ ਦੇ ਅੰਦਰ ਹੈ, ਇੱਕੋ ਪ੍ਰਭੂ ਦੀ ਰਜ਼ਾ ਵਿੱਚ ਹੈ। ਇਸ ਲਈ ਸਾਰਿਆਂ ਦਾ ਦਾਤਾ ਤੂੰ ਇੱਕੋ ਹੀ ਹੈ। ਤੇਰੇ ਅੱਗੇ ਹੀ ਅਰਦਾਸ ਕਰਨੀ ਚਾਹੀਦੀ ਹੈ, ਮੰਗ ਕਰਨੀ ਚਾਹੀਦੀ ਹੈ। ਤੇਰੇ ਤੋਂ ਹੀ ਇਹ ਦਾਤਾਂ ਮਿਲਦੀਆਂ। ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲਹੈ,
ਸੋ ਜਨ ਸ਼ਾਬਾਸ਼, ਜਿਸ ਦੀ ਬੇਨਤੀ ਤੈਨੂੰ ਚੰਗੀ ਲੱਗਦੀ ਹੈ, ਉਹਦੀ ਤੂੰ ਮੰਨ ਲੈਣਾ ਹੈ, ਪ੍ਰਵਾਨ ਕਰ ਲੈਣਾ ਹੈ, ਉਸ ਮਨੁੱਖ ਨੂੰ ਸ਼ਾਬਾਸ਼ੀ ਮਿਲਦੀ ਹੈ। ਹੁਣ ਬੇਨਤੀ ਰੱਬ ਨੂੰ ਕਿਹਦੀ ਚੰਗੀ ਲੱਗੇਗੀ? ਰੱਬ ਨੂੰ ਕਿਹਦੀ ਬੇਨਤੀ ਚੰਗੀ ਲੱਗੇਗੀ? ਉਹਦੀ ਨਾ, ਜਿਹੜਾ ਕੋਈ ਚੰਗੇ ਕੰਮ ਵਾਸਤੇ ਕਹੇਗਾ। ਹੁਣ ਇਹ ਆਮ ਦੁਨੀਆ ਦੀ ਜੇ ਅਸੀਂ ਮਿਸਾਲ ਲਈਏ, ਇੱਕ ਚੰਗਾ ਸਿਆਣਾ ਬੰਦਾ ਹੈ ਤੇ ਜੇ ਕੋਈ ਬੱਚਾ ਉਹਦੇ ਤੋਂ ਗਲਤ ਮੰਗ ਕਰੇ ਤਾਂ ਗਲਤ ਮੰਗ ਤੇ ਮਾਂ ਪਿਓ ਵੀ ਨਹੀਂ ਨਾ ਪੂਰੀ ਕਰਦੇ। ਇੱਕ ਨਿੱਕਾ ਜਿਹਾ ਬੱਚਾ ਕਵੇ ਕਿ ਮੈਂ ਸ਼ਰਾਬ ਪੀਣੀ ਹੈ, ਤਾਂ ਕੋਈ ਮੂਰਖ ਮਾਂ-ਬਾਪ ਹੀ ਹੈ ਨਾ, ਫੜਾ ਦੇਵੇ, ਪੀ ਲੈ। 5-4 ਸਾਲ ਦਾ ਬੱਚਾ ਜੇ ਸ਼ਰਾਬ ਮੰਗਦਾ ਹੈ ਤਾਂ ਉਹਨੂੰ ਥੋੜੀ ਮਾਂ ਪਿਓ ਫੜਾ ਦੇਗਾ। ਜਾਂ ਇੱਕ ਨਿੱਕਾ ਜਿਹਾ ਬੱਚਾ ਕਹੇ ਕਿ ਮੈਂ ਉਹ ਸੱਪ ਹੈ ਤੇ ਉਹ ਸੱਪ ਫੜਨਾ ਹੈ, ਤਾਂ ਕਿਹੜਾ ਮਾਂ-ਬਾਪ ਹੈ ਜਿਹੜਾ ਉਸ ਬੱਚੇ ਦੀ ਗੱਲ ਨੂੰ ਮੰਨ ਲਵੇਗਾ? ਯਾਨੀ ਪ੍ਰਵਾਨ ਉਹ ਚੀਜ਼ ਹੁੰਦੀ ਹੈ ਇਸ ਦੁਨੀਆ ਦੇ ਅੰਦਰ ਜੋ ਸਿਸਟਮ ਦੇ ਅੰਦਰ ਹੈ। ਸਿਸਟਮ ਤੋਂ ਬਾਹਰ ਇੱਥੇ ਕੋਈ ਚੀਜ਼ ਜਿਹੜੀ ਹੈ ਉਹ ਪੂਰੀ ਨਹੀਂ ਹੁੰਦੀ। ਔਰ ਪ੍ਰਭੂ ਜਿਨ੍ਹਾਂ ਦੀ ਤੈਨੂੰ ਭਾਉਂਦੀ ਹੈ, ਭਾਵ ਜੋ ਤੇਰੇ ਭਾਣੇ ਵਿੱਚ ਤੁਰਦੇ ਨੇ, ਉਹਨਾਂ ਦੀ ਤੂੰ ਮੰਨ ਲੈਣਾ ਹੈ, ਉਹਨਾਂ ਦੀ ਜੀਵਨੀ ਪ੍ਰਵਾਨ ਹੁੰਦੀ ਹੈ। ਉਹ ਇਨਸਾਨ ਸ਼ਾਬਾਸ਼ ਦੇ ਪਾਤਰ ਨੇ, ਉਹਨਾਂ ਨੂੰ ਇਸ ਦੁਨੀਆ ਦੇ ਅੰਦਰ ਖੁਸ਼ੀਆਂ, ਖੇੜੇ, ਆਨੰਦ, ਇੱਜ਼ਤ ਮਿਲਦੀ ਹੈ। ਕਿਹਦੀ ਮੰਨਦਾ ਹੈ? ਜਿਹੜੀ ਤੈਨੂੰ ਭਾਂਦੀ ਹੈ। ਤੇ ਭਾਂਦੀ ਕਿਹਦੀ ਹੈ? ਜਿਹੜਾ ਤੇਰੇ ਭਾਣੇ ਦੇ ਅੰਦਰ ਤੁਰਦਾ ਹੈ। ਸਭ ਤੇਰਾ ਚੋਜ ਵਰਤਦਾ, ਦੁੱਖ ਸੁਖ ਤੁਧ ਪਾਸ। ਚੋਜ ਦਾ ਮਤਲਬ ਤਮਾਸ਼ਾ, ਖੇਲ। ਸਭ ਤੇਰਾ ਕੌਤਕ, ਖੇਲ ਵਰਤ ਰਿਹਾ ਹੈ। ਸੁਖ ਔਰ ਦੁੱਖ ਤੇਰੇ ਕੋਲ ਨੇ, ਤੇਰੀ ਰਜਾ ਵਿੱਚ ਨੇ, ਤੇਰੇ ਭਾਣੇ ਵਿੱਚ ਨੇ। ਸੁਖ ਵੀ ਔਰ ਦੁੱਖ ਵੀ, ਇਹ ਦੋਵੇਂ ਹੀ ਤੇਰੀ ਰਜਾ ਵਿੱਚ ਨੇ। ਸੁਖ ਵੀ ਰਜਾ ਵਿੱਚ ਮਿਲ ਰਿਹਾ ਹੈ ਔਰ ਦੁੱਖ ਵੀ ਰਜਾ ਵਿੱਚ ਮਿਲ ਰਿਹਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਰੱਬ ਇੱਕ ਨੂੰ ਈਰਖਾ ਨਾਲ ਦੁੱਖ ਦੇ ਰਿਹਾ ਹੈ ਤੇ ਦੂਜੇ ਨਾਲ ਉਹਦਾ ਪ੍ਰੇਮ ਹੈ ਤੇ ਤਾਂ ਉਹਨੂੰ ਸੁੱਖ ਦੇ ਰਿਹਾ ਹੈ। ਰੱਬ ਦਾ ਕਿਸੇ ਨਾਲ ਪ੍ਰੇਮ ਔਰ ਕਿਸੇ ਨਾਲ ਈਰਖਾ ਨਹੀਂ ਹੈ, ਉਹ ਸਭ ਨਾਲ ਪ੍ਰੇਮ ਹੀ ਕਰਦਾ ਹੈ। ਰੱਬ ਦੀ ਇਸ ਕਾਇਨਾਤ ਦੇ ਅੰਦਰ ਸਭ ਨੂੰ ਸੁੱਖ ਹੀ ਮਿਲਦੇ ਨੇ। ਇਹ ਜਿਹੜਾ ਸਰੀਰ ਹੈ ਸਾਰਿਆਂ ਨੂੰ ਸੁੱਖ ਵਾਸਤੇ ਹੀ ਮਿਲਿਆ ਹੈ। ਪਰ ਬੰਦਾ ਜੇ ਆਪ ਹੁਣ ਗਲਤ ਵਰਤੋਂ ਕਰੇਗਾ ਤਾਂ ਉਹਦਾ ਰਿਜ਼ਲਟ ਤਾਂ ਗਲਤ ਹੀ ਨਿਕਲੇਗਾ। ਜਿਵੇਂ ਚੀਜ਼ਾਂ ਅਸੀਂ ਬਹੁਤ ਵਾਰੀ ਵਿਚਾਰ ਲਈਆਂ ਨੇ ਕਿ ਇੱਕ ਹੀ ਟੀਚਰ ਹੈ, ਉਹ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਉਹਨੇ ਹੀ ਕਿਤਾਬ ਲਿਖੀ ਹੈ, ਬੱਚਿਆਂ ਨੂੰ ਪੜ੍ਹਾ ਵੀ ਰਿਹਾ ਹੈ ਔਰ ਕੁਐਸਚਨ ਪੇਪਰ ਵੀ ਉਸਨੇ ਤਿਆਰ ਕੀਤਾ ਹੈ। ਕਿਸ ਕੁਐਸਚਨ ਦੇ ਕਿੰਨੇ ਨੰਬਰ ਮਿਲਣੇ ਨੇ ਉਹ ਵੀ ਉਹਨੇ ਤਿਆਰ ਕੀਤਾ ਹੈ। ਪੇਪਰ ਵੀ ਆਪ ਵੰਡੇ ਨੇ, ਚੈੱਕ ਵੀ ਆਪ ਕਰ ਰਿਹਾ ਹੈ। ਤੇ ਇੱਕ ਬੱਚੇ ਨੂੰ ਉਹਨੇ ਫੇਲ ਕਰ ਦਿੱਤਾ ਤੇ ਇੱਕ ਨੂੰ ਪਾਸ। ਹੁਣ ਬੱਚੇ ਫੇਲ ਔਰ ਪਾਸ ਕਿਉਂ ਹੋ ਗਏ? ਇਹ ਨਹੀਂ ਕਿ ਟੀਚਰ ਦਾ ਇੱਕ ਨਾਲ ਪਿਆਰ ਹੈ ਤੇ ਦੂਜੇ ਨਾਲ ਈਰਖਾ ਹੈ, ਐਵੇਂ ਨਹੀਂ। ਕਿਉਂਕਿ ਸਿਸਟਮ ਨੇ ਉਹਦਾ ਹੀ ਤਿਆਰ ਕੀਤਾ ਹੈ ਕਿ ਇਸ ਨੰਬਰ, ਇਸ ਕੁਐਸਚਨ ਦੇ ਇੰਨੇ ਨੰਬਰ ਉਸੇ ਨੂੰ ਮਿਲਣਗੇ ਜੋ ਠੀਕ ਕਰੇਗਾ, ਜਿਹੜਾ ਨਹੀਂ ਕਰੇਗਾ ਉਹਨੂੰ ਨਹੀਂ ਮਿਲਣਗੇ। ਤਾਂ ਫੇਲ ਵੀ ਬੰਦਾ ਸਿਸਟਮ ਵਿੱਚ ਹੋਇਆ, ਪਾਸ ਵੀ ਬੰਦਾ ਸਿਸਟਮ ਵਿੱਚ ਹੋਇਆ। ਇਸੇ ਕਰਕੇ ਸੁੱਖ ਔਰ ਦੁੱਖ ਦਾ ਵੀ ਇੱਕ ਸਿਸਟਮ ਹੈ, ਇੱਕ ਵਤੀਰਾ ਹੈ, ਜਾਂ ਅਸੀਂ ਉਹਨੂੰ ਕਵੀ ਇੱਕ ਪ੍ਰਬੰਧ ਹੈ, ਜੀਵਨ ਦਾ ਢੰਗ ਹੈ। ਇੱਕ ਜੀਵਨ ਦੇ ਢੰਗ ਵਿੱਚ ਸੁੱਖ ਨੇ, ਇੱਕ ਜੀਵਨ ਦੇ ਢੰਗ ਵਿੱਚ ਦੁੱਖ ਨੇ। ਤਾਂ ਹੇ ਪ੍ਰਭੂ, ਇਹ ਸਾਰਾ ਸੰਸਾਰ ਤੇਰਾ ਮਾਨੋ ਇੱਕ ਖੇਲ ਹੈ, ਤੇਰਾ ਇਹ ਚੋਜ ਤਮਾਸ਼ਾ ਹੈ। ਸਾਰੇ ਸੁੱਖ ਔਰ ਸਾਰੇ ਦੁੱਖ ਤੇਰੀ ਰਜਾ ਔਰ ਭਾਣੇ ਦੇ ਵਿੱਚ ਨੇ। ਸ਼ਲੋਕ ਮਹਿਲਾ ਤੀਜਾ। ਗੁਰਮੁਖ ਸੱਚੇ ਭਾਵੰਦੇ, ਦਰ ਸੱਚੇ ਸਚਿਆਰ। ਸੱਚੇ ਦਾ ਮਤਲਬ ਸੱਚੇ ਹਰੀ ਨੂੰ, ਭਾਵੰਦੇ ਦਾ ਮਤਲਬ ਚੰਗੇ ਲੱਗਦੇ ਨੇ, ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਰਹਿਣ ਵਾਲੇ, ਗੁਰੂ ਦੀ ਰਜਾ ਵਿੱਚ ਤੁਰਨ ਵਾਲੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਵਾਲੇ। ਤਾਂ ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਦੇ ਨੇ, ਉਹ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਨੇ। ਦਰ ਸੱਚੇ ਦਾ ਮਤਲਬ ਸੱਚੇ ਰੱਬ ਦੇ ਦਰ ਤੇ। ਸਚਿਆਰ ਦਾ ਮਤਲਬ ਉਹ ਸੱਚ ਦੇ ਵਪਾਰੀ ਸਮਝੇ ਜਾਂਦੇ ਨੇ, ਉਹਨਾਂ ਨੂੰ ਸਚਿਆਰ ਮੰਨਿਆ ਜਾਂਦਾ ਹੈ। ਯਾਨੀ ਉਹ ਸੁਰਖਰੂ ਹੋ ਜਾਂਦੇ ਨੇ, ਉਹਨਾਂ ਨੂੰ ਰੱਬੀ ਦਰ ਤੇ ਪ੍ਰਵਾਨ ਕਰ ਲਿਆ। ਹੁਣ ਸਚਿਆਰ ਕੌਣ ਨੇ? ਗੁਰਬਾਣੀ ਵਿੱਚ ਸਾਨੂੰ ਬੋਲ ਦਿੱਤਾ ਹੈ ਨਾ ਸਚਿਆਰ ਹੁੰਦਾ, ਕਿ ਸਚਿਆਰਾ ਹੋਈ ਹੈ। ਕਿ ਸਚਿਆਰ ਉਹ ਹੈ ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ। ਉਹ ਇਨਸਾਨ ਸਚਿਆਰ ਹੋ ਜਾਂਦਾ ਹੈ, ਸੱਚੇ ਦੇ ਦਰ ਤੇ ਉਹ ਸ਼ੋਭਾ ਪਾਉਂਦਾ ਹੈ ਔਰ ਪ੍ਰਭੂ ਦਰ ਤੇ ਉਹ ਪ੍ਰਵਾਨ ਹੁੰਦਾ ਹੈ, ਪ੍ਰਭੂ ਦਾ ਉਹ ਪਿਆਰਾ ਹੁੰਦਾ ਹੈ। ਸਾਜਨ ਮਨ ਆਨੰਦ ਹੈ, ਗੁਰ ਕਾ ਸ਼ਬਦ ਵਿਚਾਰ। ਸਾਜਨ ਦਾ ਮਤਲਬ ਜਿਹੜੇ ਇਹੋ ਜਿਹੇ ਸੱਜਣ ਨੇ
ਗੁਰ ਕਾ ਸ਼ਬਦ ਵਿਚਾਰ ਦਾ ਮਤਲਬ ਜੋ ਸਤਿਗੁਰ ਦੇ ਸ਼ਬਦ ਨੂੰ ਵਿਚਾਰਨ ਵਾਲੇ, ਜੋ ਸਤਿਗੁਰ ਦੇ ਸ਼ਬਦ ਨੂੰ ਵਿਚਾਰਨ ਵਾਲੇ ਨੇ, ਉਹਨਾਂ ਸੱਜਣਾ ਦੇ ਮਨ ਵਿੱਚ ਹਮੇਸ਼ਾ ਆਨੰਦ ਬਣਿਆ ਰਹਿੰਦਾ ਹੈ। ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਜੋ ਗੁਰੂ ਸ਼ਬਦ ਨੂੰ ਵਿਚਾਰਦੇ ਨੇ, ਉਹਨਾਂ ਸੱਜਣਾ ਦੇ ਮਨ ਦੇ ਅੰਦਰ ਹਮੇਸ਼ਾ ਆਨੰਦ ਹੈ। ਉਹਨਾਂ ਦੇ ਮਨ ਅੰਦਰ ਹਮੇਸ਼ਾ ਚੜ੍ਹਦੀ ਕਲਾ ਹੈ, ਸੁਖ ਹੈ, ਸ਼ਾਂਤੀ ਹੈ, ਖੁਸ਼ੀ ਹੈ, ਖੇੜਾ ਹੈ, ਪ੍ਰਸੰਨਤਾ ਹੈ। ਉੱਥੇ ਖੁਸ਼ੀ ਦੇ ਵਾਜੇ ਵੱਜਦੇ ਨੇ ਜੋ ਗੁਰੂ ਸ਼ਬਦ ਨੂੰ ਵਿਚਾਰਦੇ ਨੇ। ਯਾਨੀ ਜਿਨ੍ਹਾਂ ਦੇ ਵਿਚਾਰ ਮੰਡਲ ਅੰਦਰ, ਜਿਨ੍ਹਾਂ ਦੀ ਸੋਚ ਅੰਦਰ ਗੁਰੂ ਦਾ ਉਪਦੇਸ਼ ਹੈ, ਉੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ। ਔਰ ਇਹ ਬਿਲਕੁਲ ਯੂਨੀਵਰਸਲ ਟਰੁਥ ਹੈ ਕਿ ਜੇ ਮੇਰੇ ਮਨ ਦੇ ਅੰਦਰ ਸੱਚਾਈ ਹੈ, ਦਇਆ ਹੈ, ਪਿਆਰ ਮੁਹੱਬਤ, ਇਨਸਾਨੀਅਤ ਹੈ, ਤਾਂ ਅੰਦਰ ਕੋਈ ਦੁੱਖ ਔਰ ਚਿੰਤਾ ਤੌਖਲੇ ਦਾ ਕੋਈ ਕਾਰਨ ਹੀ ਨਹੀਂ। ਇਸ ਲਈ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਅੰਦਰ ਸੁੱਖ, ਸ਼ਾਂਤੀ, ਆਨੰਦ ਖੇੜਾ ਬਣਿਆ ਰਹੇ, ਤਾਂ ਸਾਨੂੰ ਵੀ ਗੁਰ ਸ਼ਬਦ ਵਿਚਾਰ ਕੇ ਗੁਰ ਸ਼ਬਦ ਮੁਤਾਬਕ ਜੀਵਨ ਜੀਣਾ ਚਾਹੀਦਾ ਹੈ। ਅੰਤਰ ਸ਼ਬਦ ਵਸਾਇਆ, ਦੁੱਖ ਕੱਟਿਆ, ਚਾਨਣ ਕੀਆ ਕਰਤਾਰ। ਸਤਿਗੁਰ ਦਾ ਸ਼ਬਦ ਜਿਨ੍ਹਾਂ ਨੇ ਆਪਣੇ ਅੰਦਰ ਵਸਾਇਆ ਹੈ, ਉਹਨਾਂ ਦੇ ਅੰਦਰ ਕਰਤਾਰ ਨੇ ਆਤਮਿਕ ਜੀਵਨ ਦਾ ਚਾਨਣ ਕਰ ਦਿੱਤਾ ਹੈ ਔਰ ਉਹਨਾਂ ਦਾ ਦੁੱਖ ਕੱਟ ਦਿੱਤਾ ਹੈ। ਅੰਤਰ ਸ਼ਬਦ ਵਸਾਇਆ, ਜਿਨ੍ਹਾਂ ਨੇ ਗੁਰੂ ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼, ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਯਾਨੀ ਗੁਰੂ ਦਾ ਉਪਦੇਸ਼ ਜਿਨ੍ਹਾਂ ਨੇ ਆਪਣੇ ਅੰਦਰ ਵਸਾ ਲਿਆ, ਸੋਚ ਵਿੱਚ ਵਸਾ ਲਿਆ, ਉਹਨਾਂ ਦੇ ਅੰਦਰ ਆਤਮਿਕ ਜੀਵਨ ਦਾ ਚਾਨਣਾ ਹੋ ਗਿਆ। ਉਹਨਾਂ ਨੂੰ ਜੀਵਨ ਦੀ ਔਰ ਸੰਸਾਰ ਦੀ ਅਸਲੀਅਤ ਦਾ ਗਿਆਨ ਹੋ ਗਿਆ। ਤੇ ਫਿਰ ਉਹਨਾਂ ਦਾ ਜਿਹੜਾ ਦੁੱਖ ਸੀ, ਹਉਮੈ ਦਾ, ਵਿਕਾਰਾਂ ਦਾ, ਪਾਪਾਂ ਦਾ, ਅਪਰਾਧਾਂ ਦਾ, ਮੇਰ ਤੇਰ ਦਾ, ਉਹਨਾਂ ਦਾ ਇਹ ਜਿਹੜਾ ਦੁੱਖ ਸੀ, ਇਹਨਾਂ ਕਾਰਨਾਂ ਕਰਕੇ ਉਹ ਦੁੱਖ ਕੱਟਿਆ ਗਿਆ। ਤਾਂ ਜੇ ਬੰਦਾ ਚਾਹੁੰਦਾ ਹੈ ਕਿ ਉਹਦੇ ਜੀਵਨ ਦਾ ਦੁੱਖ ਕੱਟਿਆ ਜਾਏ, ਤਾਂ ਉਹਦੇ ਵਾਸਤੇ ਸਿੱਧਾ ਜਿਹਾ ਰਾਸਤਾ ਹੈ ਕਿ ਗੁਰੂ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾਏ। ਅੰਦਰ ਆਤਮਿਕ ਚਾਨਣਾ ਹੋਵੇਗਾ, ਵਿਵੇਕ ਬੁੱਧ ਮਿਲੇਗੀ, ਕਾਮਨ ਸੈਂਸ ਮਿਲੇਗੀ। ਉਸ ਦੇ ਨਾਲ ਉਹ ਪਾਪਾਂ ਵਿਕਾਰਾਂ ਦਾ ਤਿਆਗ ਕਰੇਗਾ ਔਰ ਉਸ ਦੇ ਦੁੱਖ ਕੱਟੇ ਜਾਣਗੇ। ਨਾਨਕ ਰੱਖਣ ਹਾਰਾ ਰਖਸੀ, ਆਪਣੀ ਕਿਰਪਾ ਧਾਰ। ਇਹ ਨਾਨਕ ਰੱਖਿਆ ਕਰਨ ਵਾਲਾ ਪ੍ਰਭੂ ਆਪ ਆਪਣੀ ਮਿਹਰ ਨਾਲ ਉਹਨਾਂ ਦੀ ਸਦਾ ਰੱਖਿਆ ਕਰਦਾ ਹੈ। ਜਿਹੜੇ ਐਸੇ ਇਨਸਾਨ ਨੇ ਜਿਨ੍ਹਾਂ ਨੂੰ ਪਿੱਛੇ ਬਿਆਨ ਕੀਤਾ ਗਿਆ ਹੈ, ਰੱਖਣਹਾਰਾ ਪ੍ਰਭੂ ਆਪ ਰੱਖਦਾ ਹੈ, ਆਪਣੀ ਰਹਿਮਤ ਕਰਦਾ ਹੈ ਔਰ ਉਹਨਾਂ ਦੀ ਰਾਖੀ ਕਰਦਾ ਹੈ। ਰਾਖੀ ਕਿਵੇਂ ਕਰਦਾ ਹੈ? ਇਹ ਚੀਜ਼ਾਂ ਅਸੀਂ ਬੜੇ ਪਿਆਰ ਦੇ ਨਾਲ ਸਮਝ ਚੁੱਕੇ ਹਾਂ ਕਿ ਜਦੋਂ ਅਸੀਂ ਝੂਠ ਬੋਲਣ ਲੱਗਦੇ ਹਾਂ, ਤਾਂ ਜਿਹੜਾ ਘੜਿਆ ਹੋਇਆ ਆਚਰਨ ਹੈ, ਰੱਬੀ ਯਾਦ ਹੈ, ਜਿਨ੍ਹਾਂ ਨੇ ਹਿਰਦੇ ਵਿੱਚ ਗੁਰੂ ਉਪਦੇਸ਼ ਨੂੰ ਵਸਾਇਆ ਹੈ, ਤਾਂ ਉਹਨਾਂ ਦੇ ਅੰਦਰੋਂ ਆਵਾਜ਼ ਆ ਜਾਂਦੀ ਹੈ, ਕੂੜ ਬੋਲ ਮੁਰਦਾਰ ਖਾਏ, ਵੀ ਝੂਠ ਨਹੀਂ ਬੋਲਣਾ, ਪਾਪ ਨਹੀਂ ਕਰਨਾ। ਤਾਂ ਰੱਬ ਜਿਹੜਾ ਹੈ ਇਸ ਤਰ੍ਹਾਂ ਉਹਨਾਂ ਦੇ ਆਤਮਿਕ ਜੀਵਨ ਦੀ ਰਾਖੀ ਕਰਦਾ ਹੈ। ਮਹਿਲਾ ਤੀਜਾ, ਗੁਰ ਕੀ ਸੇਵਾ ਚਾਕਰੀ, ਭੈ ਰਚ ਕਾਰ ਕਮਾਏ। ਚਾਕਰੀ ਦਾ ਮਤਲਬ ਨੌਕਰੀ, ਸੇਵਾ। ਭੈ ਦਾ ਮਤਲਬ ਡਰ ਵਿੱਚ, ਅਦਬ ਵਿੱਚ। ਕਮਾਏ ਦਾ ਮਤਲਬ ਕਰੇ। ਰਚ ਦਾ ਮਤਲਬ ਟਿਕ ਕੇ। ਜੋ ਮਨੁੱਖ ਪ੍ਰਭੂ ਦੇ ਡਰ ਵਿੱਚ ਰਚ ਕੇ, ਅਦਬ ਦੇ ਵਿੱਚ ਟਿਕ ਕੇ ਗੁਰੂ ਦੀ ਦੱਸੀ ਸੇਵਾ ਚਾਕਰੀ ਕਾਰ ਕਰੇ, ਯਾਨੀ ਜਿਸ ਦੇ ਮਨ ਦੇ ਅੰਦਰ ਰੱਬ ਦਾ ਅਦਬ ਹੈ, ਡਰ ਹੈ ਔਰ ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰ ਰਿਹਾ ਹੈ, ਗੁਰੂ ਦੇ ਦੱਸੇ ਰਾਹ ਤੇ ਤੁਰ ਰਿਹਾ ਹੈ, ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਜੋ ਅਪਣਾ ਰਿਹਾ ਹੈ ਔਰ ਆਪਣੇ ਹਿਰਦੇ ਦੇ ਅੰਦਰ, ਆਪਣੀ ਸੋਚ ਦੇ ਅੰਦਰ ਰੱਬ ਦਾ ਅਦਬ, ਡਰ ਔਰ ਪਿਆਰ ਵਸਾਇਆ ਹੋਇਆ ਹੈ। ਜਿਹੜਾ ਇਸ ਤਰ੍ਹਾਂ ਜ਼ਿੰਦਗੀ ਜੀਂਦਾ ਹੈ, ਤਾਂ ਉਹਨੂੰ ਇਹਦਾ ਰਿਜ਼ਲਟ ਕੀ ਮਿਲਦਾ ਹੈ? ਐਸੇ ਜੀਵਨ ਦਾ ਜਿਹੜਾ ਹੈ ਰਿਜ਼ਲਟ ਕੀ ਨਿਕਲਦਾ ਹੈ, ਨਤੀਜਾ ਕੀ ਨਿਕਲਦਾ ਹੈ? ਤਾਂ ਗੁਰੂ ਜੀ ਕਹਿੰਦੇ ਨੇ, ਜੇਹਾ ਸੇਵੈ ਤੇਹੋ ਹੋਵੈ, ਜੇ ਚੱਲੇ ਤਿਸੇ ਰਜਾਏ। ਜੇ ਉਸ ਪ੍ਰਭੂ ਦੀ ਰਜਾ ਵਿੱਚ ਤੁਰੇਗਾ, ਜੇਹਾ ਸੇਵੈ, ਜਿਹੋ ਜੀ ਦੀ ਉਹ ਸੇਵਾ ਕਰੇਗਾ, ਤੇਹਾ ਹੋਵੇ, ਉਹ ਉਹੋ ਜਿਹਾ ਹੀ ਹੋ ਜਾਏ। ਦੇਖੋ ਰਿਜ਼ਲਟ ਕਿੰਨਾ ਵਧੀਆ ਨਿਕਲ ਰਿਹਾ ਹੈ ਕਿ ਰੱਬ ਦੀ ਰਜਾ ਵਿੱਚ ਤੁਰਨ ਵਾਲਾ ਬੰਦਾ ਰੱਬ ਵਰਗਾ ਹੀ ਹੋ ਜਾਏਗਾ। ਜੇਹਾ ਸੇਵੈ ਤੇਹੋ ਹੋਵੇ, ਜਿਹੋ ਜਿਹੀ ਦੀ ਸੇਵਾ ਕਰੇਗਾ, ਜੈਸੇ ਰੱਬ ਦੀ ਰਜਾ ਵਿੱਚ ਤੁਰੇਗਾ, ਉਹੋ ਜਿਹਾ ਹੋ ਜਾਏਗਾ।
पर होएगा कदों जे ਚੱਲੇ ਤਿਸੈ ਰਜਾਏ, ਜੇ ਰੱਬੀ ਰਜਾ ਦੇ ਵਿੱਚ ਤੁਰੇ, ਰੱਬੀ ਭਾਣੇ ਦੇ ਅੰਦਰ ਤੁਰੇ, ਜੇ ਰੱਬ ਦੀ ਰਜਾ ਦੇ ਅੰਦਰ ਜੋ ਚੱਲੇਗਾ ਉਹ ਇਨਸਾਨ ਰੱਬ ਵਰਗਾ ਹੀ ਹੋ ਜਾਏਗਾ। ਨਾਨਕ ਸਭ ਕੁਝ ਆਪ ਹੈ, ਅਵਰ ਨਾ ਦੂਜੀ ਜਾਏ। ਇੱਥੇ ਨਾਨਕ ਸ਼ਬਦ ਤੇ ਥੋੜਾ ਰੁਕ ਜਾਣਾ। ਨਾਨਕ ਸਭ ਕੁਝ ਆਪ ਹੈ, ਅਵਰ ਨਾ ਦੂਜੀ ਜਾਏ। ਜਾਏ ਦਾ ਮਤਲਬ ਜਗ੍ਹਾ, ਅਵਰ ਦਾ ਮਤਲਬ ਹੋਰ ਕੋਈ। ਤਾਂ ਫਿਰ ਉਸ ਬੰਦੇ ਨੂੰ ਇਹ ਸਮਝ ਪੈ ਜਾਂਦੀ ਹੈ ਔਰ ਉਹਨੂੰ ਇਹ ਸਭ ਥਾਵਾਂ ਤੇ ਇੱਕੋ ਇੱਕ ਪ੍ਰਭੂ ਦਿਸਦਾ ਹੈ ਕਿ ਸਭਨੀ ਥਾਈਂ ਪ੍ਰਭੂ ਆਪ ਹੀ ਆਪ ਹੈ। ਨਾਨਕ ਸਭ ਕੁਝ ਆਪ ਹੈ, ਉਹਨੂੰ ਚਾਰ ਚੁਫੇਰੇ ਆਪ ਹੀ ਆਪ ਦਿਸਦਾ ਹੈ। ਅਵਰ ਨਾ ਦੂਜੀ ਜਾਏ, ਰੱਬ ਤੋਂ ਬਿਨਾਂ ਹੋਰ ਕੋਈ ਥਾਂ ਦਿਸਦੀ ਹੀ ਨਹੀਂ ਹੈ ਕਿ ਰੱਬ ਤੋਂ ਬਿਨਾਂ ਵੀ ਕੋਈ ਥਾਂ ਹੈ ਜਿੱਥੇ ਰੱਬ ਨਾ ਹੋਵੇ। ਰੱਬ ਤੋਂ ਬਿਨਾਂ ਵੀ ਕੋਈ ਹੋਰ ਹੈ ਜਿਹਦਾ ਮੈਂ ਆਸਰਾ ਲਵਾਂ। ਰੱਬ ਦੀ ਰਜ਼ਾ ਤੋਂ ਬਾਹਰ ਵੀ ਕੋਈ ਆਸਰਾ ਹੈ ਕਿ ਜਿਸ ਆਸਰੇ ਨੂੰ ਲੈ ਕੇ ਮੈਂ ਸੁਖੀ ਹੋ ਜਾਵਾਂ ਜਾਂ ਸ਼ਾਂਤ ਹੋ ਜਾਵਾਂ। ਤਾਂ ਇਹ ਰਿਜ਼ਲਟ ਉਸ ਜੀਵਨ ਦਾ ਹੈ ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਰੱਬੀ ਰਜ਼ਾ ਵਿੱਚ ਤੁਰ ਰਿਹਾ ਹੈ, ਰੱਬੀ ਗੁਣਾਂ ਨੂੰ ਗਾ ਰਿਹਾ ਹੈ। ਉਹ ਰੱਬ ਵਰਗਾ ਹੀ ਹੋ ਜਾਂਦਾ ਹੈ। ਉਹਨੂੰ ਚਾਰ ਚੁਫੇਰੇ ਇੱਕ ਪ੍ਰਭੂ ਹੀ ਨਜ਼ਰੀ ਪੈਂਦਾ ਹੈ। ਉਹਦੇ ਤੋਂ ਬਿਨਾਂ ਕੋਈ ਟਿਕਾਣਾ ਦਿਸਦਾ ਹੀ ਨਹੀਂ ਹੈ, ਕੋਈ ਐਸੀ ਜਗ੍ਹਾ ਹੀ ਨਹੀਂ ਦਿਸਦੀ ਕਿ ਉਹ ਨਾ ਹੋਵੇ। ਸਰਬ ਵਿਆਪਕ ਉਹ ਨਜ਼ਰੀ ਪੈਂਦਾ ਹੈ। ਤੇ ਫਿਰ ਐਸੇ ਇਨਸਾਨ ਦਾ ਬਿਹੇਵੀਅਰ ਵੀ ਸਾਰਿਆਂ ਦੇ ਨਾਲ ਪ੍ਰਭੂ ਵਰਗਾ ਹੀ ਹੁੰਦਾ ਹੈ। ਪੌੜੀ, ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇਵੜ ਅਵਰ ਨਾ ਕੋਈ। ਤੁਧ ਜੇਵੜ ਅਵਰ ਨਾ ਕੋਈ ਦਾ ਮਤਲਬ ਤੇਰੇ ਜਿਹੜਾ ਵੱਡਾ ਹੋਰ ਕੋਈ ਨਹੀਂ ਹੈ। ਪਰ ਤੂੰ ਕਿੱਡਾ ਵੱਡਾ ਹੈ ਇਹਨੂੰ ਕੋਈ ਵੀ ਨਹੀਂ ਜਾਣਦਾ, ਤੂੰ ਹੀ ਜਾਣਦਾ। ਤੇਰੀ ਵਡਿਆਈ ਤੂੰ ਹੈ ਜਾਣਦਾ, ਤੂੰ ਕਿੱਡਾ ਵੱਡਾ ਹੈ, ਤੇਰੇ ਵਿੱਚ ਕਿੰਨੇ ਗੁਣ ਨੇ, ਕਿੰਨੀ ਸ਼ਕਤੀ ਹੈ, ਕਿੰਨੀਆਂ ਦਾਤਾਂ ਨੇ, ਕਿੰਨਾ ਤੇਰਾ ਖਲਾਰਾ ਹੈ, ਇਹ ਕੋਈ ਵੀ ਨਹੀਂ ਜਾਣਦਾ, ਤੂੰ ਹੀ ਜਾਣਦਾ। ਹੁਣ ਅਸੀਂ ਇਹ ਨਹੀਂ ਨਾ ਕਹਿ ਸਕਦੇ ਕਿ ਬ੍ਰਹਿਮੰਡ ਇੱਥੋਂ ਸ਼ੁਰੂ ਹੁੰਦਾ ਹੈ ਤੇ ਇੱਥੇ ਜਾ ਕੇ ਖਤਮ ਹੋ ਜਾਂਦਾ ਹੈ। ਇੰਨੀਆਂ ਕੈਸ ਚੀਜ਼ ਸੰਸਾਰ ਦੇ ਅੰਦਰ ਜੀਵ ਜੰਤੂ ਨੇ, ਜਾਂ ਇੰਨੀਆਂ ਦਾਤਾਂ ਨੇ, ਜਾਂ ਇੰਨਾ ਪਾਣੀ ਹੈ, ਜਾਂ ਇੰਨੀ ਕੁ ਦੁਨੀਆ ਹੈ, ਇਹ ਕਹਿ ਹੀ ਨਹੀਂ ਸਕਦੇ, ਕਦੀ ਵੀ ਨਹੀਂ ਕਿਹਾ ਜਾ ਸਕੇਗਾ। ਤਾਂ ਇਹ ਪ੍ਰਭੂ ਤੂੰ ਕਿਹੜਾ ਵੱਡਾ ਹੈ, ਇਸ ਚੀਜ਼ ਨੂੰ ਤੂੰ ਆਪ ਹੀ ਜਾਣਦਾ ਹੈ। ਤੇਰੇ ਜਿਹੜਾ ਵੱਡਾ ਕੋਈ ਹੋਰ ਹੈ ਨਹੀਂ ਜਿਹਦੀ ਤੁਲਨਾ ਕਰੀਏ ਕਿ ਰੱਬ ਉਸ ਬੰਦੇ ਵਰਗਾ ਹੈ। ਖੁਦ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਖੀਐ, ਖੁਦ ਜੇਵੜ ਤੂੰ ਹੈ ਹੋਈ। ਹੁਣ ਗੁਰੂ ਜੀ ਕਹਿੰਦੇ ਨੇ ਜੇ ਕੋਈ ਤੇਰੇ ਜਿਹੜਾ ਵੱਡਾ ਹੋਰ ਸ਼ਰੀਕ ਹੋਵੇ ਤਾਂ ਦੱਸ ਸਕੀਏ। ਖੁਦ ਜੇਵੜ ਤੂੰ ਹੈ ਹੋਈ, ਤੇਰੇ ਜਿਹੜਾ ਤੂੰ ਆਪ ਹੀ ਹੈ। ਤੇਰੇ ਜਿਹੜਾ ਵਰਗਾ ਹੋਰ ਕੋਈ ਹੈ ਹੀ ਨਹੀਂ, ਤੇਰੇ ਜੈਸਾ ਤੂੰ ਆਪ ਹੀ ਹੈ। ਕਿਹਦੇ ਨਾਲ ਤੁਲਨਾ ਕਰੀਏ ਕਿ ਰੱਬ ਫਲਾਂ ਬੰਦੇ ਵਰਗਾ ਹੈ। ਅਸੀਂ ਇਹ ਤੇ ਕਹਿ ਸਕਦੇ ਹਾਂ ਕਿ ਫਲਾਂ ਬੰਦਾ ਰੱਬ ਵਰਗਾ ਹੈ, ਭਾਵ ਕਿ ਉਹਦੇ ਗੁਣ ਚੰਗੇ ਨੇ, ਜਿਹਦੇ ਚੰਗੇ ਗੁਣ ਹੋਣ ਅਸੀਂ ਕਹਿ ਦਿੰਦੇ ਹਾਂ, ਅਸੀਂ ਇਹ ਕਹਿ ਦਿੰਦੇ ਹਾਂ। ਪਰ ਅਸੀਂ ਇਹ ਨਾ ਕਹਿ ਸਕਦੇ ਕਿ ਰੱਬ ਫਲਾਣੇ ਬੰਦੇ ਵਰਗਾ ਹੈ, ਰੱਬ ਉਸ ਰੁੱਖ ਵਰਗਾ ਹੈ, ਰੱਬ ਉਸ ਬੰਦੇ ਵਰਗਾ ਹੈ, ਕਿਉਂਕਿ ਸਾਰਾ ਦਿਸਦਾ ਜਗਤ ਜਦ ਹੈ ਹੀ ਉਹਦਾ ਰੂਪ। ਤੇਰੇ ਵਰਗਾ ਕੋਈ ਹੋਰ ਹੋਵੇ ਤਾਂ ਅਸੀਂ ਕਹਿ ਸਕੀਏ ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ, ਇਸ ਲਈ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਅਸੀਂ ਸਿਰਫ ਇੰਨੀ ਕਹਿ ਕਰ ਸਕਦੇ ਹਾਂ ਕਿ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ, ਹੋਰ ਤਿਸਤੀ ਰੀਸ ਕਰੇ ਕਿਆ ਕੋਈ। ਜਿਨ ਦਾ ਮਤਲਬ ਜਿਸ ਮਨੁੱਖ ਨੇ ਸੇਵਿਆ ਦਾ ਮਤਲਬ ਤੈਨੂੰ ਸਿਮਰਿਆ, ਤੇਰੀ ਸਿਫਤ ਸਲਾਹ ਕੀਤੀ, ਤੇਰੀ ਰਜ਼ਾ ਵਿੱਚ ਤੁਰਿਆ। ਜਿਸਨੇ ਵੀ ਤੇਰੀ ਸਿਫਤ ਸਲਾਹ ਕੀਤੀ, ਤਿਨ ਸੁਖ ਪਾਇਆ, ਉਸ ਮਨੁੱਖ ਨੇ ਸੁਖ ਪਾ ਲਿਆ, ਉਹਨੂੰ ਸ਼ਾਂਤੀ ਮਿਲ ਗਈ। ਹੋਰ ਤਿਸਤੀ ਰੀਸ ਕਰੇ ਕਿਆ ਕੋਈ, ਕੋਈ ਹੋਰ ਮਨੁੱਖ ਉਹਦੀ ਕੀ ਰੀਸ ਕਰ ਸਕਦਾ ਹੈ। ਭਾਵ ਉਹਦੇ ਵਰਗਾ ਸੁਖ ਕੋਈ ਹੋਰ ਮਨੁੱਖ ਨਹੀਂ ਪਾ ਸਕਦਾ। ਦੇਖੋ, ਇੱਕ ਇਨਸਾਨ ਹੈ ਜੋ ਰੱਬੀ ਰਜ਼ਾ ਵਿੱਚ ਤੁਰਨ ਵਾਲਾ ਹੈ, ਜੋ ਮਨ ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦਾ ਧਾਰਨੀ ਹੈ, ਜਿਸ ਦੇ ਮਨ ਵਿੱਚ ਵੀ ਰੱਬੀ ਗੁਣ ਨੇ, ਬੋਲਾਂ ਵਿੱਚ ਵੀ ਰੱਬੀ ਗੁਣ ਨੇ, ਬਿਹੇਵੀਅਰ ਵਿੱਚ ਵੀ ਰੱਬੀ ਗੁਣ ਨੇ। ਇੱਕ ਤੇ ਬੰਦਾ ਉਹ ਹੈ, ਉਹਨੂੰ ਸੁੱਖ ਮਿਲ ਰਿਹਾ ਹੈ, ਖੁਸ਼ੀਆਂ, ਆਤਮਿਕ ਆਨੰਦ। ਤੇ ਦੂਜਾ ਬੰਦਾ ਉਹ ਹੈ ਕਿ ਉਹਦੇ ਅੰਦਰ ਇਹ ਗੁਣ ਤੇ ਨਹੀਂ, ਇਹਨਾਂ ਗੁਣਾਂ ਨੂੰ ਉਹਨੇ ਆਪਣੀ ਜ਼ਿੰਦਗੀ ਵਿੱਚ ਅਪਲਾਈ ਨਹੀਂ ਕੀਤਾ, ਪਰ ਚੋਲਾ ਉਹਨੇ ਬੜਾ ਲੰਮਾ ਪਾਇਆ ਹੋਇਆ, ਮਾਲਾ 4-5 ਗਲ ਵਿੱਚ ਪਾਈਆਂ ਹੋਈਆਂ, ਅੱਗ ਦੀਆਂ 5-4 ਧੂਣੀਆਂ ਤਾਂ ਕੇ ਵਿਚਕਾਰ ਆਪ ਬੈਠਾ ਹੈ।
ਸਿਰ ਥੱਲੇ ਨੂੰ ਕਰਕੇ, ਪੈਰ ਉੱਤੇ ਨੂੰ ਕਰਕੇ, ਸ਼ੀਰਸ਼ ਆਸਨ ਕਰਕੇ ਖੜਾ ਹੈ, ਤੇ ਸੁੱਖ ਚਾਹੇ ਉਸ ਬੰਦੇ ਵਰਗੇ ਜੋ ਗੁਣਾਂ ਦਾ ਧਾਰਨੀ ਹੈ, ਕੀ ਉਹਨੂੰ ਉਹ ਸੁੱਖ ਮਿਲ ਜਾਣਗੇ? ਕੀ ਉਹ ਸ਼ਾਂਤੀ ਪਾ ਸਕੇਗਾ? ਨਹੀਂ ਪਾ ਸਕਦਾ। ਇਸ ਲਈ ਜੋ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ, ਉਹ ਜੋ ਸੁੱਖ ਹੈ ਉਹ ਗੁਣਾਂ ਦੇ ਧਾਰਨੀ ਹੋ ਕੇ ਹੀ ਮਿਲ ਸਕਦਾ ਹੈ, ਰੱਬੀ ਰਜ਼ਾ ਵਿੱਚ ਤੁਰ ਕੇ ਹੀ ਮਿਲ ਸਕਦਾ ਹੈ। ਤੇ ਜੇ ਕੋਈ ਉਸ ਸੁੱਖ ਦੀ ਰੀਸ ਕਰੇ ਕਿ ਮੈਨੂੰ ਵੀ ਇਹ ਸੁੱਖ ਮਿਲੇ, ਕਿਉਂਕਿ ਮੈਂ ਤੀਰਥਾਂ ਤੇ ਨਹਾਉਣਾ, ਮੈਂ ਹਰ ਸੋਮਵਾਰ ਵਰਤ ਰੱਖਣਾ, ਮੈਂ ਤੇ ਹਰ ਸਾਲ ਆਪਣੇ ਬਜ਼ੁਰਗਾਂ ਦੇ ਸਰਾਧ ਕਰਾਉਣਾ, ਤਾਂ ਮੈਨੂੰ ਵੀ ਉਹ ਸੁੱਖ ਮਿਲੇ, ਤਾਂ ਐਵੇਂ ਥੋੜੀ ਸੁੱਖ ਮਿਲੇ। ਉਹਦੀ ਰੀਸ ਨਹੀਂ ਕੀਤੀ ਜਾ ਸਕਦੀ। ਉਹ ਸੁੱਖ ਤਾਂ ਰੱਬੀ ਰਜ਼ਾ ਵਿੱਚ ਤੁਰ ਕੇ ਹੀ ਮਾਣੇ ਜਾ ਸਕਦੇ ਨੇ। ਯਾਨੀ ਉਹ ਇਨਸਾਨ ਮਹਾਨ ਹੈ ਜੋ ਤੇਰੀ ਰਜ਼ਾ ਵਿੱਚ ਤੁਰਦਾ ਹੈ, ਮਹਾਨ ਉਹ ਜ਼ਿੰਦਗੀ ਜੀਂਦਾ ਹੈ, ਮਹਾਨ ਖੁਸ਼ੀਆਂ ਖੇੜੇ ਆਨੰਦ ਪ੍ਰਸੰਨਤਾ ਪਾਉਂਦਾ ਹੈ। ਉਹਦੀ ਰੀਸ ਕੀਤੀ ਨਹੀਂ ਜਾ ਸਕਦੀ। ਤੂੰ ਭੰਨਣ ਘੜਨ ਸਮਰੱਥ ਦਾਤਾਰ ਹੈ, ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਭੰਨਣ ਘੜਨ ਦਾ ਮਤਲਬ ਕਿਸੇ ਚੀਜ਼ ਨੂੰ ਭੰਨ ਦੇਣਾ ਔਰ ਘੜ ਦੇਣਾ, ਬਣਾ ਦੇਣਾ, ਯਾਨੀ ਪੈਦਾ ਕਰ ਦੇਣਾ ਔਰ ਖਤਮ ਕਰ ਦੇਣਾ। ਭੰਨਣਾ ਘੜਨਾ, ਜਾਂ ਘੜਨਾ ਔਰ ਭੰਨਣਾ, ਬਣਾਣਾ ਔਰ ਮਿਟਾ ਦੇਣਾ, ਜਨਮ ਔਰ ਮੌਤ। ਤੂੰ ਹਰ ਚੀਜ਼ ਨੂੰ ਭੰਨਣ ਔਰ ਘੜਨ ਦੇ ਸਮਰੱਥ ਹੈ, ਤੇਰੇ ਅੰਦਰ ਤਾਕਤ ਹੈ। ਦਾਤਾਰ ਹੈ ਦਾ ਮਤਲਬ ਸਾਰੀਆਂ ਦਾਤਾਂ ਬਖਸ਼ਣ ਵਾਲਾ ਹੈ। ਤੁਧ ਅੱਗੇ ਦਾ ਮਤਲਬ ਤੇਰੇ ਅੱਗੇ ਸਾਰੀ ਸ੍ਰਿਸ਼ਟੀ ਮੰਗਣ ਵਾਸਤੇ ਹੱਥ ਜੋੜੀ ਖੜੀ ਹੈ। ਹੁਣ ਹੱਥ ਜੋੜੀ ਖੜੀ ਦਾ ਮਤਲਬ ਕਿ ਤੇਰੀ ਰਜ਼ਾ ਤੋਂ ਬਾਹਰ ਇੱਥੇ ਕਿਸੇ ਨੂੰ ਕੁਝ ਨਹੀਂ ਮਿਲਦਾ। ਜੋ ਕੁਝ ਵੀ ਕਿਸੇ ਨੇ ਲੈਣਾ ਹੈ ਉਹ ਤੇਰੀ ਰਜ਼ਾ ਦੇ ਵਿੱਚ ਹੀ ਮਿਲੇਗਾ, ਰਜ਼ਾ ਤੋਂ ਬਾਹਰ ਨਹੀਂ, ਭਾਣੇ ਤੋਂ ਬਾਹਰ ਨਹੀਂ। ਜਿੰਨੀ ਵੀ ਵਿਗਿਆਨ ਦੀ ਤਰੱਕੀ ਹੋਈ ਹੈ, ਹੋਰ ਅੱਗੇ ਹੋਵੇਗੀ, ਬੇਬਹਾ ਹੋਵੇਗੀ, ਲੇਕਿਨ ਇਹ ਅਸੀਂ ਬੇਸ਼ੱਕ ਨਾ ਜਾਣਦੇ ਹੋਈਏ, ਪਰ ਵਿਗਿਆਨੀ ਲੋਕ ਜਾਣਦੇ ਨੇ ਕਿ ਉਹਨਾਂ ਨੇ ਇਸ ਕੁਦਰਤ ਦੇ ਨਿਯਮਾਂ ਨੂੰ ਫੋਲੋ ਕੀਤਾ ਹੈ, ਉਹਨਾਂ ਨੇ ਇਸ ਕੁਦਰਤ ਦੇ ਨਿਯਮਾਂ ਨੂੰ ਲੱਭਿਆ ਹੈ, ਜਾਣਿਆ ਹੈ, ਸਮਝਿਆ ਹੈ, ਔਰ ਉਹਨਾਂ ਨਿਯਮਾਂ ਦੇ ਅਨੁਸਾਰ ਇਹ ਮਹਾਨ ਤਰੱਕੀ ਕੀਤੀ ਹੈ। ਨੇਮ ਤੋਂ ਬਿਨਾਂ ਨਹੀਂ ਹੈ। ਜੇ ਹਵਾਈ ਜਹਾਜ਼ ਉੱਡ ਰਿਹਾ ਹੈ ਤਾਂ ਉਹਦੀ ਕੁਝ ਨਿਯਮ ਨੇ, ਉਹਨਾਂ ਨਿਯਮਾਂ ਦੇ ਵਿੱਚ ਹੀ ਉੱਡ ਰਿਹਾ ਹੈ। ਜੇ ਪਾਣੀ ਤੇ ਕੋਈ ਜਹਾਜ਼ ਤੈਰ ਰਿਹਾ ਹੈ ਤਾਂ ਉਹਦੇ ਕੁਝ ਨੇਮ ਨੇ, ਨਿਯਮ ਤੋਂ ਬਿਨਾਂ ਨਹੀਂ। ਜੇ ਆ ਮਕਾਨ ਖੜੇ ਨੇ ਤਾਂ ਇਹ ਕੋਈ ਨੇਮ ਹੈ ਨਾ। ਜੇ ਮੇਰੇ ਵਰਗਾ ਕੋਈ ਮਕਾਨ ਬਣਾਏ ਤਾਂ ਮੈਂ ਕੀ ਕਰਾਂਗਾ? ਕੁਛ ਵੀ ਨਹੀਂ, ਮੇਰੇ ਤੋਂ ਬਾਣੀ ਨਹੀਂ ਪਾੜਾ। ਜੇ ਬਾਈ ਚਾਂਸ ਪੁੱਠੀਆਂ ਸਿੱਧੀਆਂ ਕੰਧਾਂ ਖੜੀਆਂ ਕਰ ਦਿੱਤੀਆਂ ਤੇ ਛੱਤ ਪੈਣ ਤੋਂ ਪਹਿਲਾਂ ਉਹਨਾਂ ਨੇ ਥੱਲੇ ਡਿੱਗ ਜਾਣਾ ਹੈ। ਨਿਯਮ ਦਾ ਨਹੀਂ ਨਾ ਪਤਾ ਹੈ। ਇਸੇ ਤਰ੍ਹਾਂ ਜੋ ਸਾਡੀ ਜ਼ਿੰਦਗੀ ਹੈ, ਰੱਬੀ ਰਜ਼ਾ ਦੇ ਵਿੱਚ ਚੱਲ ਰਹੀ ਹੈ, ਕੁਦਰਤ ਦੇ ਨਿਯਮਾਂ ਵਿੱਚ ਚੱਲ ਰਹੀ ਹੈ। ਜੋ ਇਹਨਾਂ ਨਿਯਮਾਂ ਨੂੰ ਸਹੀ ਢੰਗ ਦੇ ਨਾਲ ਫੋਲੋ ਕਰਦਾ ਹੈ ਉਹੀ ਇਸ ਜੀਵਨ ਦੇ ਅੰਦਰ ਸਫਲ ਹੁੰਦਾ ਹੈ, ਤੇ ਜੋ ਨਿਯਮਾਂ ਨੂੰ ਠੀਕ ਫੋਲੋ ਨਹੀਂ ਕਰਦੇ ਉਹ ਦੁਖੀ ਹੁੰਦੇ ਨੇ। हे ਮਾਲਕ, ਤੂੰ ਉਤਪਤੀ ਔਰ ਲੈਤਾ ਕਰਨ ਦੇ ਸਮਰੱਥ ਹੈ, ਤੂੰ ਦਾਤਾਂ ਦੇਣ ਵਾਲਾ ਹੈ। ਸਾਰੀ ਸ੍ਰਿਸ਼ਟੀ ਤੇਰੇ ਹੁਕਮ ਦੇ ਅੰਦਰ ਹੀ ਦਾਤਾਂ ਪ੍ਰਾਪਤ ਕਰਦੀ। ਤੁਧ ਜੇਵੜ ਦਾਤਾਰ ਮੈਂ ਕੋਈ ਨਦਰ ਨਾ ਆਵਈ, ਤੁਧ ਸਭ ਸੈ ਨੂੰ ਦਾਨ ਦਿੱਤਾ, ਖੰਡੀ ਵਰਪੰਡੀ ਪਾਤਾਲੀ ਪੁਰੀ ਸਭ ਲੋਈ। ਇਹ ਖੰਡੀ ਵਰਪੰਡੀ ਪਾਤਾਲੀ ਪੁਰੀ ਲੋਈ, ਇਹ ਸਾਰੀਆਂ ਨੂੰ ਗਿੰਦੀ ਲਗਾ ਕੇ ਪੜਨਾ ਹੈ। ਇਹ ਬਹੁਵਚਨੀ ਸ਼ਬਦ ਨੇ, ਇਹਨਾਂ ਦਾ ਉਚਾਰਨ ਇਸ ਤਰ੍ਹਾਂ ਹੋਏਗਾ, ਤੁਧ ਸਭ ਸੈ ਨੂੰ ਦਾਨ ਦਿੱਤਾ, ਖੰਡੀ ਵਰਪੰਡੀ ਪਾਤਾਲੀ ਪੁਰੀ ਸਭ ਲੋਈ। ਕਿ हे ਮਾਲਕ, ਤੇਰੇ ਜਿੱਡਾ ਦਾਤਾ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ, ਕਿ ਤੇਰੇ ਵਰਗਾ ਦਾਤਾ ਕੋਈ ਹੋਰ ਹੋਵੇ। ਖੰਡਾਂ, ਬ੍ਰਹਿਮੰਡਾਂ, ਪਾਤਾਲਾਂ, ਪੁਰੀਆਂ, ਸਾਰੇ ਲੋਕਾਂ ਵਿੱਚ ਤੂੰ ਹੀ ਜੀਵਾਂ ਨੂੰ ਬਖਸ਼ਿਸ਼ ਕਰ ਰਿਹਾ ਹੈ, ਤੂੰ ਹੀ ਜੀਵਾਂ ਨੂੰ ਦਾਨ ਦੇ ਰਿਹਾ ਹੈ, ਦਾਤਾਂ ਦੇ ਰਿਹਾ ਹੈ, ਜੀਵਨ ਦੇ ਰਿਹਾ ਹੈ। ਯਾਨੀ ਆ ਪੂਰਾ ਦਿਸਤਾ ਜਗਤ, ਜੋ ਖੰਡ ਬ੍ਰਹਿਮੰਡ, ਜਿੰਨੇ ਵੀ ਨੇ ਲੋ ਪਤਾਲ ਆਕਾਸ਼, ਜੋ ਵੀ ਆ ਦਿਸਤਾ ਅਣਦਿਸਤਾ ਜਗਤ ਹੈ, ਇਹ ਸਾਰਾ ਰੱਬੀ ਰਜ਼ਾ ਦੇ ਅੰਦਰ ਕੰਮ ਕਰ ਰਿਹਾ ਹੈ। ਜਿੱਥੇ ਜਿੱਥੇ ਵੀ ਕੋਈ ਜੀਵ ਹੈ ਉਹ ਰੱਬੀ ਰਜ਼ਾ ਦੇ ਅੰਦਰ ਹੀ ਜ਼ਿੰਦਗੀ ਜੀ ਰਿਹਾ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ ਕਿ ਤੇਰੇ ਤੋਂ ਬਿਨਾਂ, ਤੇਰੇ ਹੁਕਮਾਂ ਤੋਂ ਬਾਹਰ ਵੀ ਕੋਈ ਕਿਸੇ ਨੂੰ ਕੁਝ ਦੇ ਸਕਦਾ ਹੋਵੇ, ਤੇਰੇ ਹੁਕਮ ਤੋਂ ਬਾਹਰ ਜੀਵਨ ਦੇ ਸਕਦਾ ਹੋਵੇ, ਤੇਰੇ ਹੁਕਮ ਤੋਂ ਬਾਹਰ ਮੌਤ ਦੇ ਸਕਦਾ ਹੋਵੇ। ਯਾਨੀ ਇਹ ਸਾਰਾ ਕੁਝ ਰੱਬੀ ਰਜ਼ਾ ਦੇ ਅੰਦਰ ਹੈ। ਜੀਵਨ ਵੀ, ਮੌਤ ਵੀ, ਸੁੱਖ ਵੀ, ਦੁੱਖ ਵੀ,
ਜੋ ਕੁਛ ਵੀ ਆ ਪੂਰੇ ਦਾ ਪੂਰਾ ਬ੍ਰਹਿਮੰਡ ਹੈ, ਇਹ ਕੁਦਰਤੀ ਨਿਯਮਾਂ ਵਿੱਚ ਰੱਬੀ ਰਜ਼ਾ ਦੇ ਵਿੱਚ ਤੁਰਨ ਵਾਲਾ ਹੈ। ਸ਼ਲੋਕ ਮਹਿਲਾ ਤੀਜਾ। ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਉ। ਪ੍ਰਤੀਤ ਦਾ ਮਤਲਬ ਨਿਸ਼ਚਾ। ਮਨ ਪ੍ਰਤੀਤ ਨਾ ਆਈਆ, ਮਨ ਦੇ ਨੰਨੇ ਨਾਲ ਸਿਹਾਰੀ ਹੈ ਮਨ ਵਿੱਚ। ਜੇ ਮਨ ਵਿੱਚ ਪ੍ਰਤੀਤ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਸਹਿਜ ਨਾ ਲੱਗੋ ਭਾਉ। ਭਾਉ ਦਾ ਮਤਲਬ ਪਿਆਰ, ਤੇ ਸਹਿਜ ਦਾ ਮਤਲਬ ਆਤਮਕ ਅਡੋਲਤਾ ਵਿੱਚ। ਮਨ, ਬਚਨ ਔਰ ਕਰਮ, ਯਾਨੀ ਮਨ ਦੇ ਵਿੱਚ ਕੁਝ ਹੋਰ ਹੋਵੇ, ਬੋਲਾਂ ਵਿੱਚ ਕੁਝ ਹੋਰ ਹੋਵੇ, ਬਿਹੇਵੀਅਰ ਵਿੱਚ ਕੁਝ ਹੋਰ ਹੋਵੇ, ਔਰ ਮਨ ਦੇ ਅੰਦਰ ਪ੍ਰਤੀਤ ਵੀ ਨਾ ਹੋਵੇ। ਨਾ ਤੇ ਰੱਬ ਦੀ ਪ੍ਰਤੀਤ, ਹੁਕਮ ਦੀ ਪ੍ਰਤੀਤ, ਗੁਰੂ ਦੀ ਪ੍ਰਤੀਤ, ਗੁਰੂ ਗਿਆਨ ਦੀ ਪ੍ਰਤੀਤ, ਵਿਸ਼ਵਾਸ ਹੀ ਨਹੀਂ, ਔਰ ਨਾ ਹੀ ਆਤਮਕ ਅਡੋਲਤਾ ਵਿੱਚ ਪਿਆਰ ਲੱਗਾ ਹੋਵੇ। ਸ਼ਬਦੈ ਸਾਧ ਨਾ ਪਾਇਓ। ਸ਼ਬਦੈ ਦਾ ਮਤਲਬ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ। ਸਾਧ ਨਾ ਪਾਇਓ ਦਾ ਮਤਲਬ ਉਹਦਾ ਸਵਾਦ ਵੀ ਨਾ ਮਾਣਿਆ ਹੋਵੇ, ਸ਼ਬਦ ਦਾ ਸਵਾਦ ਵੀ ਨਾ ਮਾਣਿਆ ਹੋਵੇ। ਸ਼ਬਦ ਦਾ ਸਵਾਦ ਮਤਲਬ ਜੋ ਗੁਰੂ ਦਾ ਉਪਦੇਸ਼ ਹੈ। ਹੁਣ ਗੁਰੂ ਦੇ ਉਪਦੇਸ਼ ਦਾ ਸਵਾਦ ਜਾਂ ਰਸ ਕਿੰਨੇ ਮਾਣਿਆ ਹੈ? ਹੁਣ ਗੁਰੂ ਜੀ ਕਹਿੰਦੇ ਨਾ ਸੱਚ ਬੋਲੋ, ਤੇ ਸੱਚ ਦਾ ਰਸ ਕੌਣ ਮਾਣੇਗਾ? ਜੋ ਸੱਚ ਬੋਲੇਗਾ। ਜੇ ਅਸੀਂ ਸੱਚ ਬੋਲਾਂਗੇ, ਸੱਚਾ ਵਿਹਾਰ ਕਰਾਂਗੇ, ਤਾਂ ਸੱਚਾ ਵਿਹਾਰ ਕਰਨ ਦੇ ਨਾਲ ਜਿਹੜਾ ਸੁੱਖ ਮਿਲੇਗਾ ਉਹਨੂੰ ਕਵਾਂਗੇ ਸੱਚ ਦਾ ਰਸ। ਤਾਂ ਉਹਦਾ ਆਨੰਦ ਤੇ ਅਸੀਂ ਤਾਂ ਹੀ ਮਾਣ ਸਕਾਂਗੇ ਨਾ ਜੇ ਸੱਚਾ ਬਿਹੇਵੀਅਰ ਕਰਾਂਗੇ। ਤੇ ਜੇ ਸਾਡਾ ਮਿਲਵਰਤਨ ਹੋਵੇ ਝੂਠਾ, ਤਾਂ ਫਿਰ ਸੱਚ ਦਾ ਰਸ ਕਿਵੇਂ ਆਏਗਾ? ਗੁਰੂ ਦੇ ਉਪਦੇਸ਼ ਦਾ ਰਸ ਤੇ ਨਾ ਮਾਣਿਆ, ਸੀ ਝੂਠ ਦਾ ਰਸ ਮੰਨਦੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਮਨ ਵਿੱਚ ਪ੍ਰਤੀਤ ਨਹੀਂ ਹੈ, ਆਤਮਕ ਅਡੋਲਤਾ ਵਿੱਚ ਪਿਆਰ ਨਹੀਂ ਹੈ, ਗੁਰੂ ਉਪਦੇਸ਼ ਦਾ ਜਿਨ੍ਹਾਂ ਨੇ ਰਸ ਨਹੀਂ ਮਾਣਿਆ, ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਨਹੀਂ ਜੀਵੀ, ਮਨ ਹੱਠ ਕਿਆ ਗੁਣ ਗਾਏ। ਤਾਂ ਮਨ ਦੇ ਹੱਠ ਦੇ ਨਾਲ ਕਿਆ ਗੁਣ ਗਾਏ ਦਾ ਮਤਲਬ ਸਿਫਤ ਸਲਾਹ ਕਰਨ ਦਾ ਕੋਈ ਫਾਇਦਾ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਰਾਮ ਰਾਮ ਅੱਲਾ ਅੱਲਾ ਕਰੀ ਜਾਓ, ਰੱਬ ਬੜਾ ਚੰਗਾ ਹੈ, ਰੱਬ ਬੜਾ ਮਹਾਨ ਹੈ, ਇਹ ਕਹੀ ਜਾਓ। ਤਾਂ ਇਹਦੇ ਨਾਲ ਕੀ ਹੋਏਗਾ? ਕੁਝ ਵੀ ਨਾ। ਇਹ ਤੇ ਐਵੇਂ ਹੀ ਹੈ ਜਿਵੇਂ ਕੋਈ ਇਹ ਕਹੀ ਜਾਏ ਕਿ ਰੋਟੀ ਖਾਣ ਨਾਲ ਭੁੱਖ ਮਿਟਦੀ ਹੈ, ਰੋਟੀ ਖਾਣ ਨਾਲ ਭੁੱਖ ਮਿਟਦੀ ਹੈ, ਰੋਟੀ ਖਾਣ ਨਾਲ ਭੁੱਖ ਮਿਟਦੀ ਹੈ, ਪਰ ਰੋਟੀ ਖਾਏ ਨਾ, ਤਾਂ ਕੀ ਰੋਟੀ ਖਾਣ ਨਾਲ ਭੁੱਖ ਮਿਟ ਜਾਏਗੀ? ਰੋਟੀ ਕਹਿਣ ਨਾਲ ਭੁੱਖ ਮਿਟ ਜਾਏਗੀ? ਬਿਲਕੁਲ ਵੀ ਨਹੀਂ ਮਿਟੇਗੀ। ਇਸੇ ਤਰ੍ਹਾਂ ਜੇ ਰੱਬ ਦੀ ਵਿਸ਼ਵਾਸ ਵੀ ਨਹੀਂ, ਪਿਆਰ ਵੀ ਨਹੀਂ, ਆਤਮਕ ਅਡੋਲਤਾ ਦੇ ਅੰਦਰ ਟਿਕਾਵ ਵੀ ਨਹੀਂ, ਗੁਰੂ ਦੇ ਸ਼ਬਦ ਮੁਤਾਬਕ ਜ਼ਿੰਦਗੀ ਵੀ ਬੰਦਾ ਨਹੀਂ ਜੀ ਰਿਹਾ, ਤੇ ਆਪਣੇ ਮਨ ਦੀ ਜਿੱਦ ਦੇ ਨਾਲ ਹੀ ਨਿਰੀਆਂ ਗੱਲਾਂ ਕਰੀ ਜਾ ਰਿਹਾ ਹੈ, ਤਾਂ ਉਹ ਗੁਣ ਗਾਣ ਦਾ ਫਾਇਦਾ ਕੀ? ਕੱਖ ਵੀ ਨਹੀਂ। ਇਸੇ ਕਰਕੇ ਸਾਡੀ ਦੁਨੀਆ ਦਾ ਭੈੜਾ ਹਾਲ ਹੈ, ਬਹੁ ਗਿਣਤੀ ਦਾ, ਕਿ ਲੋਕ ਗੱਲ ਧਰਮ ਦੀ ਕਰ ਰਹੇ ਨੇ, ਗੱਲ ਇਮਾਨਦਾਰੀ ਦੀ ਕਰ ਰਹੇ ਨੇ, ਗੱਲ ਪਿਆਰ ਦੀ ਕਰ ਰਹੇ ਨੇ, ਪਰ ਜ਼ਿੰਦਗੀ ਉਲਟ ਜੀ ਰਹੇ ਨੇ, ਰਿਸ਼ਵਤ ਲੈ ਰਹੇ ਨੇ, ਚੋਰੀ ਕਰ ਰਹੇ ਨੇ, ਈਰਖਾ ਕਰ ਰਹੇ ਨੇ, ਝੂਠ ਬੋਲਦੇ ਨੇ, ਬੇਵਿਸ਼ਵਾਸੀ, ਚਾਰ ਚੁਫੇਰੇ ਪਸਤਰੀ ਇਹ ਹੋਈ। ਤਾਂ ਇਹੋ ਜਿਹੇ ਗੁਣ ਗਾਣ ਦਾ ਲਾਭ ਕੀ? ਕੱਖ ਵੀ ਨਹੀਂ। ਇਹ ਤੇ ਉਹੀ ਹਾਲ ਹੈ ਕਿ ਪਾਣੀ ਪੀਣ ਨਾਲ ਪਿਆਸ ਬੁਝਦੀ ਹੈ, ਪਰ ਪਾਣੀ ਪੀਣਾ ਨਹੀਂ ਤਾਂ ਪਿਆਸ ਕਿਵੇਂ ਬੁਝੇ? ਮਨ ਹਟ ਕਿਆ ਗੁਣ ਗਾਏ ਦਾ ਮਤਲਬ ਮਨ ਦੀ ਜਿੱਦ ਨਾਲ, ਮਨ ਹਟ ਕਰਮਾਂ ਦੇ ਨਾਲ, ਮਨ ਹੱਟੀ ਗੁਣਾਂ ਦੇ ਨਾਲ ਕੁਛ ਨਹੀਂ ਬਣਦਾ। ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਆਇਆ ਸੋ ਪ੍ਰਵਾਨ ਹੈ ਦਾ ਮਤਲਬ ਸੰਸਾਰ ਵਿੱਚ ਜੰਮਣਾ ਉਹਦਾ ਮੁਬਾਰਕ ਹੈ, ਉਹਦਾ ਜਨਮ ਮੁਬਾਰਕ ਹੈ, ਜੇ ਗੁਰਮੁਖ ਸੱਚ ਸਮਾਏ। ਗੁਰਮੁਖ ਦਾ ਮਤਲਬ ਗੁਰੂ ਦੇ ਜਰੀਏ, ਸੱਚ ਸਮਾਏ ਦਾ ਮਤਲਬ ਸੱਚ ਵਿੱਚ ਹੀ ਲੀਨ ਹੋ ਜਾਏ, ਸੱਚ ਦਾ ਰੂਪ ਹੋ ਜਾਏ, ਗੁਰੂ ਦੇ ਦੱਸੇ ਰਾਹ ਤੇ ਚੱਲੇ, ਔਰ ਜਿਸ ਦੀ ਸੁਰਤ, ਜਿਸ ਦੀ ਸੋਚ ਸੱਚ ਦੇ ਅੰਦਰ ਸਮਾ ਜਾਏ, ਜਿਸ ਦੀ ਸੋਚ ਵੀ ਸੱਚੀ ਹੋਵੇ, ਔਰ ਜਿਸ ਦਾ ਬਿਹੇਵੀਅਰ ਵੀ ਸੱਚਾ ਹੋਵੇ, ਭਾਵਨਾ ਸੱਚੀ ਹੋਵੇ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ। ਜੇ ਸੱਚ ਦੇ ਨਾਲ ਪਿਆਰ ਪਾਏ, ਸੱਚ ਦੇ ਨਾਲ ਸੁਰਤ ਜੁੜ ਜਾਏ, ਸੱਚ ਦੇ ਅੰਦਰ ਸਮਾ ਜਾਏ, ਗੁਰੂ ਦੇ ਜ਼ਰੀਏ ਉਹਦਾ ਆਉਣਾ ਇਸ ਸੰਸਾਰ ਵਿੱਚ ਪ੍ਰਵਾਨ ਹੈ,
ਉਹਦਾ ਇੱਥੇ ਆਉਣਾ ਮੁਬਾਰਕ ਹੈ, ਉਹਦਾ ਜੀਵਨ ਮਹਾਨ ਹੈ। ਤਾਂ ਦੇਖੋ ਅਸੀਂ ਹੁਣ ਜੋ ਆਮ ਬੰਦਾ ਹੈ, ਅਸੀਂ ਸਾਰੇ ਵਿੱਚ ਹੀ ਆ ਗਏ ਨਾ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਆਦਿ ਜੋ ਵੀ ਇਸ ਦੁਨੀਆ ਵਿੱਚ ਇਸਤਰੀ ਪੁਰਸ਼ ਮਨੁੱਖ ਮਾਤਰ ਹੈ ਨੇ। ਤਾਂ ਮਨੁੱਖ ਹੋਣ ਦੇ ਨਾਤੇ ਇੱਕ ਫਰਜ਼ ਤਾਂ ਬਣਦਾ ਹੈ ਕਿ ਗੁਰੂ ਦੱਸੇ ਰਾਹਾਂ ਤੇ ਚੱਲ ਕੇ ਬੰਦਾ ਸੱਚ ਦੇ ਨਾਲ ਜੁੜੇ, ਯੂਨੀਵਰਸਲ ਟਰੁੱਥ ਨੂੰ ਸਮਝੇ, ਜੀਵਨ ਦੀ ਸੱਚਾਈ ਨੂੰ ਸਮਝੇ, ਅਸਲੀਅਤ ਨੂੰ ਸਮਝੇ, ਸੰਸਾਰ ਦੀ ਅਸਲੀਅਤ ਨੂੰ ਸਮਝੇ ਔਰ ਉਸ ਅਸਲੀਅਤ ਦੇ ਅੰਦਰ ਸਮਾ ਜਾਏ, ਤਾਂ ਸਮਝ ਲਓ ਇਹ ਸਾਡਾ ਜੀਵਨਾ ਸਫਲਾ ਹੋ ਸਕਦਾ ਹੈ। ਮਹਿਲਾ ਤੀਜਾ, ਆਪਣਾ ਆਪ ਨਾ ਪਛਾਣੈ ਮੂਹਰਾ, ਅਵਰਾਂ ਆਖ ਦੁਖਾਏ। ਇਹਨੂੰ ਆਪਣਾ ਆਪ ਨਹੀਂ ਪੜਨਾ, ਐੜੇ ਦੇ ਨਾਲ ਲੱਗਾ ਹੋਇਆ ਕੰਨਾ ਵੀ ਬੁਲਾਉਣਾ ਹੈ ਆਪਣਾ। ਆਪਣਾ ਆਪ ਨਾ ਪਛਾਣੈ ਮੂਹਰਾ, ਮੂਹਰਾ ਦਾ ਮਤਲਬ ਮੂਰਖ, ਅਵਰਾਂ ਆਖ ਦੁਖਾਏ, ਆਖ ਦਾ ਮਤਲਬ ਆਖ ਕੇ, ਬੋਲ ਕੇ। ਹੁਣ ਦੇਖੋ ਮਨੁੱਖ ਦੀਆਂ ਦੋ ਵੱਡੀਆਂ ਭੁੱਲਾਂ ਨੇ। ਸਭ ਤੋਂ ਵੱਡੀ ਭੁੱਲ ਕਿ ਆਪਣਾ ਆਪ ਨਾ ਪਛਾਣੈ ਮੂਹਰਾ, ਕਿ ਮੂਰਖ ਮਨੁੱਖ ਆਪਣੇ ਆਪੇ ਦੀ ਪਛਾਣ ਨਹੀਂ ਕਰਦਾ ਕਿ ਮੈਂ ਕਿੱਥੇ ਖੜਾ। ਅਵਰਾਂ ਆਖ ਦੁਖਾਏ, ਪਰ ਹੋਰਨਾਂ ਨੂੰ ਬੋਲ ਬੋਲ ਕੇ, ਦੂਜਿਆਂ ਦੀਆਂ ਗਲਤੀਆਂ ਦੱਸ ਦੱਸ ਕੇ ਦੂਜਿਆਂ ਨੂੰ ਦੁੱਖ ਦਿੰਦਾ ਹੈ, ਦੁਖਾਉਂਦਾ ਹੈ। ਇਹਦੇ ਬੋਲ ਦੁਖਦਾਈ ਨੇ। ਹੁਣ ਸਭ ਤੋਂ ਪਹਿਲੀ ਮੂਰਖਤਾ ਮਨੁੱਖ ਦੀ ਸਭ ਤੋਂ ਵੱਡੀ ਕੀ ਹੈ ਕਿ ਮਨੁੱਖ ਨੂੰ ਆਪਣੇ ਆਪ ਦਾ ਨਹੀਂ ਪਤਾ ਕਿ ਮੈਂ ਕਿੱਥੇ ਖੜਾ ਹਾਂ। ਦੁਨੀਆ ਦੇ ਅੰਦਰ ਸਭ ਤੋਂ ਵੱਡਾ ਦੁਖਾਂਤ ਜਿਹੜਾ ਨਾ ਸਾਡਾ ਮਨੁੱਖਾਂ ਦਾ, ਉਹ ਇਹ ਹੈ ਕਿ ਮਨੁੱਖ ਨੂੰ ਆਪਣੇ ਆਪ ਦਾ ਨਹੀਂ ਪਤਾ ਕਿ ਮੈਂ ਕਿੱਥੇ ਖੜਾ ਹਾਂ, ਮੇਰੀ ਮੈਂਟੈਲਿਟੀ ਕਿੱਥੇ ਹੈ, ਮੇਰਾ ਬੌਧਿਕ ਤਲ ਕਿੱਥੇ ਹੈ, ਮੇਰਾ ਆਤਮਿਕ ਤਲ ਕਿੱਥੇ ਹੈ, ਮੇਰੀ ਜ਼ਿੰਦਗੀ, ਮੇਰੀ ਸੋਚ कैसी है, कैसी है मेरी सोच, मेरी देन इस समाज ਨੂੰ ਕੀ ਹੈ, ਮੇਰੀ ਸੋਚ कैसी है। ਜੇ ਮੇਰੀ ਸੋਚ ਵਰਗੇ ਸਾਰੇ ਲੋਕ ਹੋ ਜਾਣ ਤੇ ਸੰਸਾਰ ਦਾ ਕੀ ਬਣੇਗਾ। ਕਦੇ ਮਨੁੱਖ ਨੇ ਆਪਣੇ ਆਪ ਦੀ ਪਛਾਣ ਨਹੀਂ ਕੀਤੀ। ਸਭ ਤੋਂ ਵੱਡਾ ਦੁਖਾਂਤ ਹੀ ਮਨੁੱਖ ਦਾ ਇਹ ਹੈ ਕਿ ਇਹਨੂੰ ਆਪਣੇ ਆਪ ਦਾ ਨਹੀਂ ਪਤਾ ਕਿ ਮੈਂ ਕਿੱਥੇ ਖੜਾ। ਦੇਖੋ ਹੁਣ ਮੈਂ ਤੁਹਾਡੀਆਂ ਗਲਤੀਆਂ ਦੱਸੀ ਜਾਵਾਂ, ਅਸੀਂ ਜਦੋਂ ਇਕੱਠੇ ਹੋ ਕੇ ਭੈਣ ਭਰਾ ਬੈਠਾਂਗੇ ਤਾਂ ਅਸੀਂ ਮੀਆਂ ਮਿੱਠੂ ਬਣਾਂਗੇ। ਮੈਂ ਤੁਹਾਡੀ ਸਿਫਤ ਕਰਦੀ ਭੈਣ ਦਾ ਵੀਰ ਵੀ ਤੁਸੀਂ ਬਹੁਤ ਚੰਗੇ ਹੋ, ਤੁਹਾਡਾ ਸੁਭਾਅ, ਤੁਸੀਂ ਬਹੁਤ ਮਹਾਨ ਹੋ, ਤੁਸੀਂ ਖੁਸ਼ ਹੋ ਗਏ, ਤੁਹਾਨੂੰ ਤਸੱਲੀ ਹੋ ਗਈ ਕਿ ਮੈਂ ਚੰਗਾ ਹਾਂ ਜਾਂ ਚੰਗੀ ਹਾਂ। ਤੇ ਤੁਸੀਂ ਮੈਨੂੰ ਕਹਿਤਾ ਭਾਈ ਸਾਹਿਬ ਤੁਸੀਂ ਵੀਰ ਜੀ ਬਹੁਤ ਚੰਗੇ ਹੋ, ਤੁਹਾਡਾ ਸੁਭਾਅ ਬਹੁਤ ਵਧੀਆ। ਸਾਡਾ ਦੋਵਾਂ ਦਾ ਕੰਮ ਤੇ ਮੁੱਕਿਆ। ਹੁਣ ਅਸੀਂ ਤਾਂ ਦੋਵੇਂ ਹੋ ਗਏ ਚੰਗੇ, ਬਾਕੀ ਫਿਰ ਹੁਣ ਸਾਰੀ ਦੁਨੀਆ ਦੀ ਅਸੀਂ ਮਿੱਟੀ ਪਲੀਤ ਪੂਰੀ ਠੋਕ ਕੇ ਕਰਾਂਗੇ ਜਿੰਨੀ ਸਾਡੇ ਤੋਂ ਹੋਵੇਗੀ। ਫਲਾਂ ਬੰਦੇ ਨੇ ਇੰਜ ਕੀਤਾ, ਮੇਰੇ ਨਾਨਕੇ ਵੀ ਮਾੜੇ, ਦਾਦਕੇ ਵੀ ਮਾੜੇ, ਗੁਆਂਢੀ ਵੀ ਮਾੜੇ, ਮੁਹੱਲਾ ਵੀ ਮਾੜਾ, ਦੁਨੀਆ ਬੇਈਮਾਨ, ਪਾਪੀ, ਅਪਰਾਧੀ। ਇਹੀ ਬੰਦਾ ਕਰ ਰਿਹਾ ਨਾ, ਹਰ ਆਮ ਬੰਦਾ ਇਹੀ ਕਰ ਰਿਹਾ। ਚਾਹੀਦਾ ਹੈ ਆਪਣੀ ਸੋਚ ਨੂੰ ਪਰਖਣਾ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤਾਂ ਗੁਰੂ ਜੀ ਕਹਿੰਦੇ ਨੇ ਮੂਰਖ ਮਨੁੱਖ ਦੀ ਇਹ ਨਿਸ਼ਾਨੀ ਹੈ ਕਿ ਉਹ ਆਪਣੇ ਆਪ ਨੂੰ ਨਹੀਂ ਪਛਾਣਦਾ ਕਿ ਮੈਂ ਕਿੱਥੇ ਖੜਾ, ਮੇਰੀ ਸੋਚ, ਮੇਰੀ ਮੈਂਟੈਲਿਟੀ ਕੈਸੀ ਹੈ। ਅਵਰਾਂ ਆਖ ਦੁਖਾਏ, ਦੂਜਿਆਂ ਨੂੰ ਆਖ ਆਖ ਕੇ ਤੇ ਉਹ ਦੁੱਖ ਦਿੰਦਾ ਹੈ। ਸਾਡੇ ਬੋਲ ਕਿੰਨੇ ਲੋਕਾਂ ਦੇ ਦਿਲ ਵਲੂੰਦਰੇ ਹੋਣ। ਕਈ ਵਾਰ ਨਾ ਬੋਲ ਜਾਈਦਾ ਮਾੜਾ ਤੇ ਫਿਰ ਕਿਵੇਂ ਪਛਤਾਵਾ ਹੁੰਦਾ ਹੈ ਕਿ ਕਿਸੇ ਨੂੰ ਮਾੜਾ ਕਿਉਂ ਬੋਲਿਆ, ਜਾਂ ਕੋਈ ਸਾਨੂੰ ਮਾੜਾ ਬੋਲ ਕੇ ਦਿਲ ਦੁਖਾਏ ਤਾਂ ਕਿੰਨਾ ਦੁਖੀ ਹੋਈਦਾ ਨਾ। ਤੇ ਜਿੰਨਾ ਦੁੱਖ ਮੈਨੂੰ ਹੁੰਦਾ ਨਾ, ਮੈਨੂੰ ਕੋਈ ਮਾੜਾ ਬੋਲੇ, ਓਨਾ ਹੀ ਦੁੱਖ ਦੂਜੇ ਨੂੰ ਵੀ ਹੁੰਦਾ ਹੋਏਗਾ ਜਦੋਂ ਮੈਂ ਸੰਗ ਪਾੜ ਕੇ ਤੇ ਦੂਜੇ ਨੂੰ ਕੁਛ ਵੀ ਜੋ ਮਰਜ਼ੀ ਮੂੰਹ ਤੇ ਆਇਆ ਮੈਂ ਬੋਲ ਦਿੱਤਾ, ਦੁਖੀ ਤਾਂ ਉਹ ਵੀ ਹੋਏਗਾ। ਕਿਸੇ ਨੇ ਬਹੁਤ ਵਧੀਆ ਕਿਹਾ ਹੈ, ਕਹਿੰਦਾ ਤੁਸੀਂ ਸਮੁੰਦਰ ਦੇ ਵਿੱਚ ਪੱਥਰ ਸੁੱਟੋ। ਤੁਸੀਂ ਪੱਥਰ ਸੁੱਟ ਦਿੱਤਾ, ਪਰ ਹੁਣ ਪੱਥਰ ਸੁੱਟਣ ਵਾਲੇ ਨੂੰ ਇਹ ਨਾ ਪਤਾ ਵੀ ਉਹ ਪੱਥਰ ਕਿੰਨਾ ਗਹਿਰਾ ਥੱਲੇ ਚਲਾ ਗਿਆ ਹੈ। 5 ਫੁੱਟ ਗਿਆ ਹੈ, 10 ਫੁੱਟ, 20 ਫੁੱਟ, 50, 100, 200, 400 ਫੁੱਟ, ਕਿੰਨਾ ਫੁੱਟ ਥੱਲੇ ਚਲਾ ਗਿਆ ਨਹੀਂ ਨਾ ਪਤਾ। ਅਸੀਂ ਤੇ ਪੱਥਰ ਸੁੱਟ ਦਿੱਤਾ। ਇਸੇ ਤਰ੍ਹਾਂ ਅਸੀਂ ਤਾਂ ਕਿਸੇ ਨੂੰ ਮਾੜਾ ਬੋਲ ਬੋਲ ਕੇ ਆ ਗਏ ਔਰ ਆਰਾਮ ਦੇ ਨਾਲ ਸੌਂ ਗਏ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਮਾੜੇ ਹੋਏ ਬੋਲ, ਸਾਡੇ ਬੋਲੇ ਹੋਏ ਮਾੜੇ ਬੋਲ ਉਸ ਬੰਦੇ ਦੇ ਦਿਲ ਦੇ ਅੰਦਰ ਕਿੰਨੇ ਗਹਿਰੇ ਤਲ ਤੱਕ ਚਲੇ ਗਏ ਹੋਣਗੇ, ਔਰ ਸਾਡੇ ਉਹਨਾਂ ਬੋਲਾਂ ਨੇ ਉਸ ਮਨੁੱਖ ਦੀ ਕਿੰਨੇ ਦਿਨਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੋਏਗੀ।
ਔਰ ਜ਼ਿੰਦਗੀ ਦੇ ਅੰਦਰ ਕਿੰਨਾ ਕੁ ਸਮਾਂ ਦੁਖੀ ਰਹੇਗਾ, ਇਸ ਬਾਰੇ ਤੇ ਬੰਦੇ ਨੇ ਕਦੇ ਸੋਚਿਆ ਹੀ ਨਹੀਂ। ਤਾਂ ਜੇ ਹੁਣ ਇਸ ਪੰਕਤੀ ਦੇ ਉੱਤੇ ਦੁਨੀਆ ਦੇ ਲੋਕ ਅਮਲ ਕਰ ਲੈਣ ਤਾਂ ਕਿੰਨਾ ਵੱਡਾ ਫਰਕ ਪੈ ਸਕਦਾ ਹੈ, ਕਿੰਨੀ ਸਾਡੀ ਜ਼ਿੰਦਗੀ ਸੁਹਾਵਣੀ ਹੋ ਸਕਦੀ ਹੈ, ਸਾਡੇ ਬੋਲ ਬਾਣੀ ਬਦਲ ਸਕਦੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਮੂਰਖ ਮਨੁੱਖ ਦੀ ਇਹ ਨਿਸ਼ਾਨੀ ਹੈ ਕਿ ਉਹ ਆਪਣੇ ਆਪ ਦੀ ਪਛਾਣ ਨਹੀਂ ਕਰਦਾ, ਲੋਕਾਂ ਨੂੰ ਉਹ ਮਾੜੇ ਬੋਲ ਕੇ ਦੁਖਾਉਂਦਾ ਫਿਰਦਾ। ਮੁੰਡੇ ਦੀ ਖਸਲਤ ਨਾ ਗਈਆ ਅੰਧੇ, ਵਿਛੁੜ ਚੋਟਾਂ ਖਾਏ। ਮੁੰਡੇ ਦੀ ਖਸਲਤ ਦਾ ਮਤਲਬ ਆਦਤ, ਮੁੰਡੇ ਦਾ ਮਤਲਬ ਹੈਗਾ ਮੁੱਢ, ਅੰਧੇ ਦਾ ਮਤਲਬ ਅੰਨੇ ਮਨੁੱਖ ਦੀ। ਮੁੰਡੇ ਦੀ ਖਸਲਤ, ਅੰਨੇ ਦੀ ਦੂਜਿਆਂ ਨੂੰ ਦੁਖਾਉਣ ਦੀ ਜਿਹੜੀ ਵਾਦੀ ਹੈ ਨਾ ਆਦਤ ਸ਼ੁਰੂ ਦੀ, ਉਹ ਕਦੇ ਜਾਂਦੀ ਨਹੀਂ। ਵਿਛੁੜ ਚੋਟਾਂ ਖਾਏ, ਤੇ ਉਹ ਰੱਬ ਤੋਂ ਵਿਛੁੜ ਕੇ, ਸੱਚ ਤੋਂ ਵਿਛੁੜ ਕੇ ਦੁੱਖ ਸਹਾਰਦਾ ਰਹਿੰਦਾ। ਸ਼ੁਰੂ ਦੀ ਆਦਤ ਹੁਣ ਆਦਤ ਹੀ ਬਣ ਜਾਂਦੀ ਨਾ। ਇਹਨਾਂ ਬਾਰੇ ਅਸੀਂ ਚੀਜ਼ਾਂ ਬਾਰੇ ਰੋਜ਼ ਵਿਚਾਰ ਕਰ ਰਹੇ ਹਾਂ ਕਿ ਆਦਤਾਂ ਸਾਡੀਆਂ ਬਣਦੀਆਂ ਨੇ ਔਰ ਬੜੀ ਮਿਹਨਤ ਕਰਕੇ ਬਣਦੀਆਂ ਨੇ, ਚਾਹੇ ਉਹ ਚੰਗੀਆਂ ਬਣਾ ਲਓ ਜਾਂ ਉਹ ਮੰਦੀਆਂ ਬਣਾ ਲਓ। ਚੰਗੀਆਂ ਆਦਤਾਂ ਬਹੁਤ ਘੱਟ ਲੋਕਾਂ ਵਿੱਚ ਹੁੰਦੀਆਂ ਨੇ, ਮੰਦੀਆਂ ਆਦਤਾਂ ਜ਼ਿਆਦਾ ਨੇ ਔਰ ਜ਼ਿਆਦਾ ਲੋਕਾਂ ਵਿੱਚ ਨੇ, ਬਹੁ ਗਿਣਤੀ ਵਿੱਚ ਨੇ। ਹੁਣ ਉਹਦਾ ਰੀਜ਼ਨ ਹੈ ਕਿ ਬਹੁ ਗਿਣਤੀ ਲੋਕਾਂ ਕੋਲੋਂ ਸਾਨੂੰ ਸੁਣਨ ਨੂੰ ਹੀ ਨੈਗੇਟਿਵ ਮਿਲ ਰਿਹਾ ਹੈ, ਵੇਖਣ ਨੂੰ ਨੈਗੇਟਿਵ ਮਿਲ ਰਿਹਾ ਹੈ, ਬਿਹੇਵੀਅਰ ਨੈਗੇਟਿਵ ਜ਼ਿਆਦਾ ਮਿਲ ਰਿਹਾ ਹੈ, ਉਹੋ ਜੇ ਅਸੀਂ ਵੀ ਬਣਦੇ ਚਲੇ ਜਾਂਦੇ। ਲੇਕਿਨ ਕੁਝ ਸਿਆਣੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਸ਼ੁਰੂ ਤੋਂ ਹੀ ਸੁਭਾਅ ਠੀਕ ਹੁੰਦਾ ਹੈ, ਉਹ ਚੰਗਾ ਸੋਚਦੇ ਨੇ, ਚੰਗਾ ਬੋਲਦੇ ਨੇ ਔਰ ਅਖੀਰ ਜ਼ਿੰਦਗੀ ਤੱਕ ਉਹਨਾਂ ਦਾ ਸੁਭਾਅ ਬੜਾ ਚੰਗਾ ਬਣਿਆ ਰਹਿੰਦਾ ਹੈ। ਇਹ ਤਾਂ ਅਸੀਂ ਦੁਨੀਆ ਵਿੱਚ ਫਰਕ ਵੇਖਦੇ ਹਾਂ। ਗੁਰੂ ਜੀ ਕਹਿੰਦੇ ਨੇ ਜੋ ਅਗਿਆਨੀ ਅੰਧਾ ਮੂਰਖ ਬੰਦਾ ਹੈ, ਜੋ ਆਪਣੇ ਬਾਰੇ ਸੋਚਦਾ ਨਹੀਂ ਕਿ ਮੈਂ ਕਿੱਥੇ ਖੜਾ ਹਾਂ, ਦੂਜਿਆਂ ਨੂੰ ਉਹ ਦੁਖਾਉਂਦਾ ਹੈ, ਦੂਜਿਆਂ ਨੂੰ ਦੁੱਖ ਦੇਣ ਦੀ ਉਹਦੀ ਆਦਤ ਜਾਂਦੀ ਨਹੀਂ, ਸਾਰੀ ਜ਼ਿੰਦਗੀ ਐਵੇਂ ਹੀ ਕੱਢਦਾ ਹੈ ਤੇ ਰੱਬ ਤੋਂ ਵਿਛੁੜ ਕੇ ਦੁੱਖ ਸਹਾਰਦਾ ਹੈ। ਰੱਬ ਤੋਂ ਵੀ ਵਿਛੁੜ ਜਾਂਦਾ ਹੈ, ਗੁਰੂ ਤੋਂ ਵਿਛੁੜ ਜਾਂਦਾ ਹੈ, ਸਮਾਜ ਨਾਲ ਉਹਦੀ ਬਣਦੀ ਨਹੀਂ, ਪਰਿਵਾਰ ਨਾਲ ਉਹਦੀ ਬਣਦੀ ਨਹੀਂ, ਵਿਛੋੜਾ ਹੀ ਉਹਦੀ ਜ਼ਿੰਦਗੀ ਦਾ ਸ਼ਿੰਗਾਰ ਰਹਿ ਜਾਂਦਾ ਹੈ ਔਰ ਉਹ ਦੁਖੀ ਹੋਇਆ ਰਹਿੰਦਾ ਹੈ। ਹੁਣ ਰੱਬ ਦੀ ਗੋਦ ਦੇ ਵਿੱਚ ਉਹ ਕਿਉਂ ਨਹੀਂ ਸਮਾਉਂਦਾ, ਤਾਂ ਗੁਰੂ ਜੀ ਉਹਦਾ ਰੀਜਨ ਦੱਸ ਰਹੇ ਨੇ। ਸਤਿਗੁਰ ਕੈ ਭੈ ਭੰਨ ਨਾ ਘੜਿਓ, ਰਹਿ ਅੰਕ ਸਮਾਏ। ਅੰਕ ਦਾ ਮਤਲਬ ਗੋਦ ਵਿੱਚ, ਭੈ ਦਾ ਮਤਲਬ ਡਰ, ਅਦਬ, ਭੰਨ ਦਾ ਮਤਲਬ ਭੰਨ ਕੇ, ਘੜਿਓ ਦਾ ਮਤਲਬ ਦੁਬਾਰਾ ਬਣਾਉਣਾ। ਇੱਕ ਚੀਜ਼ ਗਲਤ ਬਣ ਗਈ ਹੈ ਤੇ ਉਹਨੂੰ ਤੋੜ ਫੋੜ ਕੇ ਫਿਰ ਬਣਾਉਣਾ। ਕੋਈ ਦੀਵਾਰ ਗਲਤ ਉਸਰ ਗਈ ਤਾਂ ਉਹ ਇੱਟਾਂ ਹਦੇੜ ਕੇ ਦੁਬਾਰਾ ਉਹਨੂੰ ਬਣਾ ਲਿਆ। ਕੋਈ ਚੀਜ਼ ਗਲਤ ਬਣ ਗਈ ਤਾਂ ਉਹਨੂੰ ਦੁਬਾਰਾ ਉਹਨੂੰ ਕੱਢਣਾ, ਦੁਬਾਰਾ ਉਹਨੂੰ ਬਣਾਉਣਾ। ਹੁਣ ਗੁਰੂ ਜੀ ਕਹਿੰਦੇ ਨੇ ਇਹ ਆਦਤਾਂ ਮਾੜੀਆਂ ਬਣ ਗਈਆਂ ਨੇ, ਬੰਦੇ ਦੀਆਂ ਆਦਤਾਂ ਮਾੜੀਆਂ ਬਣ ਗਈਆਂ। ਝੂਠ ਬੋਲਣਾ, ਈਰਖਾ ਕਰਨੀ, ਵੈਰ ਕਰਨਾ, ਅੰਦਰੋਂ ਹੋਰ ਬਾਹਰੋਂ ਹੋਰ ਤਾਂ ਜਿੰਨੀਆਂ ਵੀ ਆਦਤਾਂ ਨੇ, ਜੀਵਨ ਦੀ ਘਾੜਤ ਘੜੀ ਗਈ, ਮਾਨਸਿਕਤਾ ਦੀ ਘਾੜਤ ਘੜੀ ਗਈ, ਸੋਚ ਬਣ ਗਈ। ਤਾਂ ਗੁਰੂ ਜੀ ਕਹਿੰਦੇ ਨੇ ਕਿ ਸਤਿਗੁਰ ਦੇ ਡਰ ਵਿੱਚ ਰਹਿ ਕੇ ਮਨੁੱਖ ਨੇ ਪਿਛਲੇ ਸੰਸਕਾਰਾਂ ਨੂੰ ਭੰਨ ਕੇ ਨਵੇਂ ਸੰਸਕਾਰਾਂ ਵਾਲਾ ਮਨ ਘੜਿਆ ਹੀ ਨਹੀਂ। ਜਿਹੜੀਆਂ ਸਾਡੀਆਂ ਹੁਣ ਮੰਨ ਲਓ ਮੇਰੀ 62 ਸਾਲ ਦੀ ਉਮਰ ਹੋ ਗਈ ਤਾਂ ਮੇਰਾ ਮਨ ਬਣ ਗਿਆ ਨਾ, ਜਿਵੇਂ ਦਾ ਬਣ ਗਿਆ, ਆਦਤ ਬਣ ਗਈ ਨਾ, ਸੰਸਕਾਰ ਬਣ ਗਏ, ਨਿਊਰੋਨਲ ਪੈਟਰਨ ਬਣ ਗਏ। ਤੇ ਚਾਹੀਦਾ ਇਹ ਸੀ ਕਿ ਜੇ ਗਲਤ ਬਣ ਗਏ ਨੇ ਤਾਂ ਮੈਂ ਆਪਣੇ ਮਨ ਦੀ ਭੰਨ ਤੋੜ ਕਰਦਾ ਔਰ ਆਪਣੇ ਮਨ ਦੀ ਘਾੜਤ ਨੂੰ, ਸੋਚ ਦੀ ਘਾੜਤ ਨੂੰ ਗੁਰੂ ਦੇ ਸ਼ਬਦ ਰਾਹੀਂ ਦੁਬਾਰਾ ਕੱਢਦਾ। ਮੈਂ ਕਰ ਸਕਦਾ ਸੀ, ਤੁਸੀਂ ਕਰ ਸਕਦੇ ਹੋ, ਕੋਈ ਵੀ ਕਰ ਸਕਦਾ ਹੈ। ਆਪਾਂ ਕਈ ਵਾਰ CBT ਦੀ ਗੱਲ ਕੀਤੀ, ਕੋਗਨੀਟਿਵ ਬਿਹੇਵੀਅਰ ਥੈਰੇਪੀ ਨੂੰ ਜੋ ਸਮਝਦੇ ਨੇ ਉਹਨਾਂ ਨੂੰ ਪਤਾ ਹੈ। ਉਹ ਕਾਉਂਸਲਿੰਗ ਇਸੇ ਤਰ੍ਹਾਂ ਹੀ ਕਰਦੇ ਨੇ। ਜਿਨ੍ਹਾਂ ਦੇ ਅੰਦਰ ਡਿਪਰੈਸ਼ਨ ਆ ਜਾਂਦਾ ਹੈ ਜਾਂ ਨੈਗੇਟਿਵਿਟੀ ਆ ਜਾਂਦੀ ਹੈ ਤਾਂ ਉਹਨਾਂ ਦੇ ਮਨ ਨੂੰ ਹੀ ਭੰਨ ਕੇ ਘੜਿਆ ਜਾਂਦਾ ਹੈ, ਭਾਵ ਕਿ ਉਹਨਾਂ ਦੇ ਦਿਮਾਗ ਨੂੰ ਰੀਟ੍ਰੇਨ ਕੀਤਾ ਜਾਂਦਾ ਹੈ। ਜੋ ਗਲਤ ਵਿਚਾਰ ਨੇ ਉਹਨਾਂ ਨੂੰ ਕੱਢ ਕੇ ਉੱਥੇ ਨਵੇਂ ਵਿਚਾਰ ਪਾਏ ਜਾਂਦੇ। ਤਾਂ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਡਰ ਅਦਬ ਵਿੱਚ ਟਿਕ ਕੇ ਮਨ ਨੂੰ ਘੜਨਾ ਸੀ, ਮਨ ਦੀ ਘਾੜਤ ਚੰਗੀ ਬਣਾਉਣੀ ਸੀ। ਰਹਿ ਅੰਕ ਸਮਾਏ, ਜਿਸ ਕਰਕੇ ਪ੍ਰਭੂ ਦੀ ਗੋਦ ਦੇ ਅੰਦਰ ਸਮਾਇਆ ਰਹੇ। ਤਾਂ ਇਹਦਾ ਮਤਲਬ ਕਿ ਜੇ ਸਾਡੀਆਂ ਆਦਤਾਂ ਮਾੜੀਆਂ ਬਣ ਗਈਆਂ ਨੇ ਨਾ,
ਤਾਂ ਅਸੀਂ ਆਪਣੇ ਮਨ ਦੀ ਭੰਨ ਤੋੜ ਕਰਕੇ ਗੁਰੂ ਸ਼ਬਦ ਮੁਤਾਬਕ ਦੁਬਾਰਾ ਆਪਣੀ ਸੋਚ ਨੂੰ ਘੜ ਸਕਦੇ ਹਾਂ ਔਰ ਅਸੀਂ ਸਦਾ ਰੱਬ ਦੀ ਗੋਦ ਅੰਦਰ ਸਮਾ ਸਕਦੇ ਹਾਂ, ਰੱਬ ਵਰਗੇ ਹੋ ਸਕਦੇ ਹਾਂ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ, ਪਰ ਬੰਦਾ ਐਸਾ ਹੋ ਕਿਉਂ ਨਹੀਂ ਪਾ ਰਿਹਾ? ਕਿਉਂਕਿ ਆਪਣੀਆਂ ਆਦਤਾਂ ਬਦਲਣੇ ਹੀ ਨਹੀਂ ਚਾਹੁੰਦਾ, ਗੁਰਮਤਿ ਆਸ਼ੇ ਅਨੁਸਾਰ ਜੀਣਾ ਹੀ ਨਹੀਂ ਚਾਹੁੰਦਾ, ਜਿਸ ਕਰਕੇ ਉਹ ਰੱਬ ਵਰਗਾ ਹੋ ਜਾਏ। ਅਨਦਿਨ ਸਹਿਸਾ ਕਦੇ ਨਾ ਚੂਕੈ, ਬਿਨ ਸ਼ਬਦੈ ਦੁੱਖ ਪਾਏ। ਸਹਿਸਾ ਦਾ ਮਤਲਬ ਤੌਖਲਾ, ਅਨਦਿਨ ਦਾ ਮਤਲਬ ਦਿਨ ਰਾਤ। ਦਿਨ ਰਾਤ ਉਹਦੀ ਚਿੰਤਾ, ਉਹਦੇ ਫਿਕਰ, ਉਹਦੇ ਤੌਖਲੇ ਕਦੇ ਵੀ ਉਹਦੇ ਖਤਮ ਨਹੀਂ ਹੁੰਦੇ, ਜਿਸ ਕਰਕੇ ਉਹਦੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਹੈ। ਉਹਦੇ ਜੀਵਨ ਦੇ ਅੰਦਰੋਂ ਕਦੇ ਵੀ ਚਿੰਤਾ ਨਹੀਂ ਮੁੱਕਦੀ। ਬਿਨ ਸ਼ਬਦੈ ਦੁੱਖ ਪਾਏ, ਤੇ ਗੁਰੂ ਦੇ ਸ਼ਬਦ ਤੋਂ ਬਿਨਾ ਉਹ ਬੰਦਾ ਦੁੱਖ ਪਾਉਂਦਾ ਰਹਿੰਦਾ ਹੈ, ਹਮੇਸ਼ਾ ਦੁੱਖ ਪਾਉਂਦਾ ਹੈ। ਜਿਸ ਦਾ ਐਸੇ ਬੰਦੇ ਦੀ ਚਿੰਤਾ ਦੂਰ ਨਹੀਂ ਹੁੰਦੀ, ਤੇ ਸ਼ਬਦ ਦਾ, ਗੁਰੂ ਗਿਆਨ ਦਾ ਆਸਰਾ ਲੈਣ ਤੋਂ ਬਿਨਾ ਉਹ ਬੰਦਾ ਦੁੱਖ ਪਾ ਰਿਹਾ ਹੈ। ਕਾਮ ਕ੍ਰੋਧ ਲੋਭ ਅੰਤਰ ਸਬਲਾ, ਨਿਤ ਧੰਧਾ ਕਰਤ ਵਿਹਾਏ। ਸਬਲਾ ਦਾ ਮਤਲਬ ਸਬਲ, ਬਲਵਾਨ। ਮੂਰਖ ਮਨੁੱਖ ਦੇ ਹਿਰਦੇ ਅੰਦਰ, ਮੂਰਖ ਮਨੁੱਖ ਦੀ ਸੋਚ ਅੰਦਰ ਕਾਮ ਕ੍ਰੋਧ ਲੋਭ ਇਹ ਜ਼ੋਰਾਂ ਵਿੱਚ ਨੇ। ਨਿਤ ਧੰਧਾ ਕਰਤ ਵਿਹਾਏ, ਤੇ ਕਾਮ ਕ੍ਰੋਧ ਲੋਭ ਔਰ ਮੋਹ ਦੇ ਅੰਦਰ ਹੀ ਧੰਦਾ ਕਰਦਿਆਂ ਸਾਰੀ ਜ਼ਿੰਦਗੀ ਬੀਤ ਜਾਂਦੀ, ਲੇਕਿਨ ਇਹਨਾਂ ਵਿਕਾਰਾਂ ਤੋਂ ਬਾਹਰ ਨਹੀਂ ਹੁੰਦਾ। ਜੇ ਸੱਚ ਨੂੰ ਬੇਸ ਬਣਾ ਕੇ ਕੰਮ ਕਰਦਾ ਤਾਂ ਉਹ ਕੰਮ ਕਿਰਤ ਹੋ ਜਾਣਾ ਸੀ, ਭਗਤੀ ਹੋ ਜਾਣੀ ਸੀ। ਲੇਕਿਨ ਝੂਠ ਨੂੰ, ਕਾਮ ਕ੍ਰੋਧ ਨੂੰ, ਲੋਭ ਨੂੰ ਬੇਸ ਬਣਾ ਕੇ ਕਰਮ ਕੀਤਾ, ਇਸ ਕਰਕੇ ਇਹਦੇ ਕਰਮ ਹੀ ਧੰਦਾ ਹੋ ਗਏ, ਇਹਦੇ ਕਰਮ ਹੀ ਜੰਜਾਲ ਬਣ ਗਏ ਇਹਦੇ ਵਾਸਤੇ, ਔਰ ਇਹਨਾਂ ਕਰਮਾਂ ਦੇ ਜਾਲ ਵਿੱਚ ਹੀ ਇਹ ਵੱਜਦਾ ਚਲਾ ਗਿਆ। ਚਰਨ ਕਰ ਦੇਖਤ ਸੁਣ ਥੱਕੇ, ਦੇਹ ਮੁੱਕੇ ਨੇੜੇ ਆਏ। ਚਰਨ ਦਾ ਮਤਲਬ ਪੈਰ, ਕਰ ਦਾ ਮਤਲਬ ਹੱਥ, ਦੇਖਤ ਦਾ ਮਤਲਬ ਵੇਖ ਕੇ, ਸੁਣ ਦਾ ਮਤਲਬ ਸੁਣ ਕੇ, ਯਾਨੀ ਹੱਥ, ਪੈਰ, ਕੰਨ, ਅੱਖਾਂ ਇਹ ਸੁਣ ਕੇ, ਤੁਰ ਕੇ, ਕਰ ਕੇ ਥੱਕ ਜਾਂਦੇ। ਪੈਰ ਚੱਲ ਕੇ ਥੱਕ ਗਏ, ਹੱਥ ਕਰਮ ਕਰ ਕੇ ਥੱਕ ਗਏ, ਰਹਿ ਗਏ, ਅੱਖਾਂ ਵੇਖ ਥੱਕ ਗਈਆਂ, ਕੰਨ ਸੁਣ ਕੇ ਥੱਕ ਗਏ, ਦੇਹ ਮੁੱਕੇ ਨੇੜੇ ਆਏ। ਆਖਿਰ ਜੀਵਨ ਦੇ ਦਿਨ ਮੁੱਕ ਗਏ ਤੇ ਮੌਤ ਦੇ ਦਿਨ ਨੇੜੇ ਆ ਗਏ। ਸਰੀਰਕ ਮੌਤ ਤਾਂ ਹੋਣੀ ਹੈ, ਪਰ ਵਿਕਾਰਾਂ ਦੇ ਬੋਲ ਕੇ, ਵਿਕਾਰਾਂ ਵਾਲੇ ਪਾਸੇ ਤੁਰ ਕੇ, ਮਾੜੀ ਨਜ਼ਰ ਨਾਲ ਵੇਖ ਕੇ ਆਤਮਿਕ ਜੀਵਨ ਦੇ ਦਿਨ ਵੀ ਮੁੱਕ ਗਏ ਤੇ ਆਤਮਿਕ ਮੌਤ ਨੇ ਆ ਕੇ ਰਿਹਾ। ਇਨਸਾਨੀਅਤ ਮਰ ਗਈ, ਸਾਰੀ ਜ਼ਿੰਦਗੀ ਐਵੇਂ ਹੀ ਬੀਤ ਗਈ ਔਰ ਆਖਿਰ ਆਪਣੇ ਜੀਵਨ ਨੂੰ ਅਜਾਈਂ ਗਵਾ ਗਿਆ। ਸੱਚਾ ਨਾਮ ਨਾ ਲੱਗੂ ਮੀਠਾ, ਜਿਤ ਨਾਮ ਨਮ ਨਿਦ ਪਾਏ। ਉਹਨੂੰ ਸੱਚਾ ਨਾਮ ਦਾ ਮਤਲਬ ਰੱਬ ਦਾ ਹੁਕਮ ਮਿੱਠਾ ਨਹੀਂ ਲੱਗਾ। ਜਿਤ ਨਾਮ ਹੁੰਦੇ ਕੋਈ ਦੂਜੇ ਨਾਮ ਦੇ ਮੰਮੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਨਾਮ ਰਾਹੀਂ, ਨਾਮ ਦੇ ਜ਼ਰੀਏ, ਨਾਮ ਦਾ ਮਤਲਬ ਹੁਕਮ ਦੇ ਜ਼ਰੀਏ। ਜੋ ਰੱਬ ਦਾ ਸੱਚਾ ਭਾਣਾ ਹੈ, ਰਜ਼ਾ ਹੈ, ਉਹ ਮਿੱਠਾ ਨਹੀਂ ਲੱਗਾ, ਸੱਚੀ ਰਜ਼ਾ ਦੇ ਵਿੱਚ ਨਹੀਂ ਤੁਰਿਆ। ਜਿਤ ਨਾਮ, ਜਿਸ ਰਜ਼ਾ ਰਾਹੀਂ, ਜਿਸ ਭਾਣੇ ਰਾਹੀਂ, ਹੁਕਮ ਰਾਹੀਂ 9 ਨਿਧਾਂ ਪਾਣੀਆਂ ਸੀ, ਸਾਰੇ ਸੁੱਖ ਹਾਸਲ ਕਰਨੇ ਸੀ, ਉਹ ਨਾਮ ਮਿੱਠਾ ਹੀ ਨਹੀਂ ਲੱਗਾ, ਭਾਣਾ ਮਿੱਠਾ ਹੀ ਨਹੀਂ ਲੱਗਾ, ਰਜ਼ਾ ਦੇ ਵਿੱਚ ਤੁਰਿਆ ਹੀ ਨਹੀਂ, ਗੁਰੂ ਦੇ ਹੁਕਮ ਮੁਤਾਬਕ ਜ਼ਿੰਦਗੀ ਹੀ ਨਹੀਂ ਜੀਵੀ। ਜਿਸ ਹੁਕਮ ਰਾਹੀਂ 9 ਨਿਧਾਂ ਪਾਣੀਆਂ ਸੀ, ਸੁੱਖ ਪਾਣੇ ਸੀ, ਆਨੰਦ ਖੇੜਾ ਪਾਣਾ ਸੀ, ਉਹ ਮਿੱਠਾ ਹੀ ਨਹੀਂ ਲੱਗਾ, ਪਿਆਰਾ ਹੀ ਨਹੀਂ ਲੱਗਾ, ਉਹਨੂੰ ਮੰਨਿਆ ਹੀ ਨਹੀਂ। ਤਾਂ ਹੁਣ ਇਹਦਾ ਇਲਾਜ ਦੱਸ ਰਹੇ ਨੇ ਕਿ ਜੇ ਐਸੀ ਭੁੱਲ ਕੋਈ ਕਰ ਬੈਠਾ ਹੈ ਤਾਂ ਉਹਦੇ ਵਾਸਤੇ ਇਲਾਜ ਕੀ, ਕਰਨਾ ਕੀ ਚਾਹੀਦਾ। ਜੀਵਤ ਮਰੈ ਫੁਨ ਜੀਵੈ, ਤਾਂ ਮੋਖੰਤਰ ਪਾਏ। ਮੋਖੰਤਰ ਦਾ ਮਤਲਬ ਮੋਖ ਦਾ ਅੰਤਰਾ, ਮੁਕਤੀ ਦਾ ਰਾਜ। ਫੁਨ ਦਾ ਮਤਲਬ ਫਿਰ। ਜੀਵਤ ਮਰੈ, ਜੇ ਜਿਉਂਦਾ ਹੀ ਸੰਸਾਰ ਵੱਲੋਂ ਮਰ ਜਾਏ। ਜੀਵਤ ਮਰੇ ਦਾ ਮਤਲਬ ਕਿ ਜਿਉਂਦਾ ਹੋਇਆ ਆਪਣੀਆਂ ਵਾਸ਼ਨਾਵਾਂ ਤੇ ਕੰਟਰੋਲ ਕਰ ਲੈ, ਆਪਣੀ ਈਗੋ ਨੂੰ ਖਤਮ ਕਰ ਲੈ, ਆਪਣੇ ਮਨ ਨੂੰ ਮਾੜੇ ਪਾਸੇ ਜਾਣ ਤੋਂ ਰੋਕ ਲਵੇ, ਆਪਣੇ ਮੋਹ ਨੂੰ ਖਤਮ ਕਰ ਲੈ। ਇਹਨੂੰ ਕਹਿੰਦੇ ਨੇ ਮਰਨਾ। ਮਰੈ ਫੁਨ ਜੀਵੈ, ਤੇ ਵਾਸ਼ਨਾਵਾਂ ਵੱਲੋਂ ਆਪਣੇ ਮਨ ਨੂੰ ਮਾਰ ਕੇ ਫਿਰ ਜੀਵੇ, ਵਾਸ਼ਨਾ ਤੋਂ ਰਹਿਤ ਜ਼ਿੰਦਗੀ ਜੀਵੇ, ਵਿਕਾਰਾਂ ਤੋਂ ਰਹਿਤ ਜ਼ਿੰਦਗੀ ਜੀਵੇ।
ਤਾਂ ਮੁਖ ਅੰਤਰ ਪਾਏ, ਤਾਂ ਇਹ ਜੀਵ ਜਿਹੜਾ ਹੈ ਮੁਕਤੀ ਪਾ ਲਏਗਾ। ਦੇਖੋ ਕਿੰਨਾ ਸੌਖਾ ਰਾਸਤਾ ਨਾ ਮੁਕਤੀ ਦਾ, ਕਿ ਅਸੀਂ ਇਸ ਸੰਸਾਰ ਵਿੱਚ ਰਹਿੰਦਿਆਂ ਹੀ ਮੁਕਤੀ ਹਾਸਲ ਕਰਨੀ ਹੈ। ਤੇ ਮੁਕਤੀ ਕੀ ਹੈ? ਵਿਕਾਰਾਂ ਤੋਂ ਰਹਿਤ ਜ਼ਿੰਦਗੀ ਜੀਣੀ, ਆਪਣੇ ਈਗੋ ਨੂੰ ਮਾਰਨਾ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਰੱਬੀ ਰਜ਼ਾ ਵਿੱਚ ਤੁਰਦਿਆਂ ਹੋਇਆਂ ਜੋ ਅਵਗੁਣਾਂ ਵੱਲੋਂ ਮਰ ਕੇ ਜਿੰਦਾ ਹੈ, ਤਾਂ ਬੰਦਾ ਮੁਕਤੀ ਪਾ ਲੈਂਦਾ ਹੈ, ਸ਼ਾਂਤੀ ਪਾ ਲੈਂਦਾ ਹੈ, ਸੁਖ ਪਾ ਲੈਂਦਾ ਹੈ, ਵਿਕਾਰਾਂ ਤੋਂ ਖੁਲਾਸੀ ਪਾ ਲੈਂਦਾ ਹੈ, ਮਨ ਨੂੰ ਟਿਕਾਵ ਆ ਜਾਂਦਾ ਹੈ। ਧੁਰ ਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ। ਵਿਣ ਕਰਮਾ ਕਿਆ ਪਾਏ, ਕਰਮਾਂ ਦਾ ਮਤਲਬ ਜੋ ਸੰਸਕਾਰ ਨੇ ਅੰਦਰ ਬਣੇ ਹੋਏ। ਚੰਗੇ ਸੰਸਕਾਰਾਂ ਤੋਂ ਬਿਨਾਂ ਬੰਦਾ ਕਿਵੇਂ ਕੁਝ ਪਾ ਸਕਦਾ ਹੈ? ਹੁਣ ਜਦੋਂ ਸੰਸਕਾਰ ਹੀ ਅੰਦਰ ਮਾੜੇ ਨੇ, ਆਦਤਾਂ ਹੀ ਮਾੜੀਆਂ ਨੇ, ਬੋਲ ਮਾੜੇ ਨੇ, ਬਿਹੇਵੀਅਰ ਮਾੜਾ ਹੈ, ਤਾਂ ਸੁੱਖ ਕਿਵੇਂ ਪਾ ਲਵੇਗਾ? ਧੁਰ ਕਰਮ ਨਾ ਪਾਇਓ ਪ੍ਰਾਣੀ, ਇੱਥੇ ਕਰਮ ਦਾ ਅਰਥ ਕਿਰਪਾ ਵੀ ਕੀਤਾ ਹੈ, ਲੇਕਿਨ ਇੱਥੇ ਕਰਮ ਦਾ ਮਤਲਬ ਹੈ ਸ਼ੁਰੂ ਤੋਂ, ਧੁਰ ਦਾ ਮਤਲਬ ਸ਼ੁਰੂ ਤੋਂ, ਕਰਮ ਨਾ ਪਾਇਓ ਦਾ ਮਤਲਬ ਕੋਈ ਚੰਗਾ ਸੰਸਕਾਰ ਅੰਦਰ ਪਾਇਆ ਹੀ ਨਹੀਂ। हे ਪ੍ਰਾਣੀ, ਜਾਂ ਜਿਸ ਪ੍ਰਾਣੀ ਨੇ ਧੁਰ ਤੋਂ ਹੀ, ਜੀਵਨ ਦੇ ਸ਼ੁਰੂ ਤੋਂ ਹੀ ਆਪਣੇ ਅੰਦਰ ਕੋਈ ਚੰਗਾ ਸੰਸਕਾਰ ਨਹੀਂ ਪਾਇਆ, ਤੇ ਚੰਗੇ ਸੰਸਕਾਰਾਂ ਤੋਂ ਬਿਨਾਂ ਬੰਦਾ ਕੀ ਪਾ ਸਕਦਾ? ਸੁੱਖ ਕੀ ਪਾਏਗਾ? ਕਿਵੇਂ ਪਾ ਲਏਗਾ? ਸ਼ਾਂਤੀ ਕਿਵੇਂ ਹਾਸਲ ਕਰ ਲਵੇਗਾ? ਗੁਰ ਕਾ ਸ਼ਬਦ ਸਮਾਲ ਤੂੰ ਮੂੜੇ, ਗਤਮਤ ਸ਼ਬਦੇ ਪਾਏ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਇਹ ਮੂਰਖ ਮਨ, ਇਹ ਮੂਰਖ ਮਨੁੱਖ ਸਤਿਗੁਰ ਦੇ ਸ਼ਬਦ ਨੂੰ ਹਿਰਦੇ ਵਿੱਚ ਸੰਭਾਲ, ਸੰਭਾਲ ਦਾ ਮਤਲਬ ਵਸਾ, ਗੁਰੂ ਦੇ ਗਿਆਨ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ, ਗੁਰੂ ਦੀ ਸੋਚ ਨੂੰ ਆਪਣੇ ਅੰਦਰ ਸੰਭਾਲ। ਗਤ ਦਾ ਮਤਲਬ ਉੱਚੀ ਅਵਸਥਾ, ਮਤ ਦਾ ਮਤਲਬ ਸਮਝ, ਕਿਉਂਕਿ ਉੱਚੀ ਆਤਮਿਕ ਅਵਸਥਾ ਔਰ ਭਲੀ ਮਤ ਤੈਨੂੰ ਗੁਰੂ ਦੇ ਗਿਆਨ ਰਾਹੀਂ ਮਿਲੇ। ਗੁਰੂ ਦੇ ਗਿਆਨ ਨੂੰ ਆਪਣੇ ਮਾਨਸਿਕਤਾ ਦੇ ਵਿੱਚ, ਸੋਚ ਦੇ ਅੰਦਰ ਸੰਭਾਲ, ਤਾਂ ਤੈਨੂੰ ਉੱਚੀ ਮਤ ਔਰ ਤਾਂ ਤੈਨੂੰ ਉੱਚੀ ਆਤਮਿਕ ਸੋਚ ਵਾਲੀ ਅਵਸਥਾ ਤੈਨੂੰ ਮਿਲੇਗੀ ਗੁਰੂ ਦੇ ਸ਼ਬਦ ਰਾਹੀਂ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਪਰ ਗੁਰੂ ਜੀ ਕਹਿੰਦੇ ਨੇ ਹੁਣ ਸਤਿਗੁਰ ਤਾਂ ਹੀ ਮਿਲੇਗਾ ਜੇ ਮਨੁੱਖ ਆਪਣੇ ਅੰਦਰੋਂ ਅਹੰਕਾਰ ਨੂੰ ਦੂਰ ਕਰੇ। ਸਤਿਗੁਰ ਤਦ ਹੀ ਪਾਏ, ਹੁਣ ਸਤਿਗੁਰ ਦਾ ਮਤਲਬ ਗੁਰੂ ਦਾ ਗਿਆਨ। ਹੁਣ ਗੁਰੂ ਤਾਂ ਹੀ ਸਾਡੇ ਹਿਰਦੇ ਵਿੱਚ ਵਸੇਗਾ ਨਾ, ਜੇ ਅਸੀਂ ਆਪਣੇ ਮਨ ਦੀ ਮੱਤ ਗਵਾਈਏ, ਆਪਣੀ ਈਗੋ ਨੂੰ ਗਵਾਈਏ। ਤੇ ਜੇ ਮੈਂ ਚਾਹਾਂ ਕਿ ਮੇਰੀ ਈਗੋ, ਜੋ ਮੇਰੀ ਆਈਡੈਂਟਿਟੀ ਹੈ, ਉਹ ਉਸੇ ਤਰ੍ਹਾਂ ਹੀ ਬਣੀ ਰਹੇ, ਤੇ ਮੈਂ ਗੁਰੂ ਦਾ ਪਿਆਰਾ ਵੀ ਹੋ ਜਾਵਾਂ, ਐਵੇਂ ਨਹੀਂ ਹੁੰਦਾ। ਹੁਣ ਮੇਰੀ ਆਈਡੈਂਟਿਟੀ ਹੈ ਕ੍ਰੋਧੀ, ਲੋਭੀ, ਹੰਕਾਰੀ, ਗੁਰੂ ਦੀ ਤਾਂ ਆਈਡੈਂਟਿਟੀ ਹੈ ਨਹੀਂ। ਗੁਰੂ ਦੀ ਆਈਡੈਂਟਿਟੀ ਤਾਂ ਮੂਲ ਮੰਤਰ ਵਾਲੇ ਗੁਣ ਨੇ, ਤਾਂ ਮੈਂ ਆਪਣੀ ਇਸ ਆਈਡੈਂਟਿਟੀ ਨੂੰ ਛੱਡਣ ਲਈ ਤਿਆਰ ਹੋਵਾਂਗਾ, ਆਪਣੀ ਸੋਚ ਨੂੰ, ਤਾਂ ਹੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਨੂੰ ਮਨੁੱਖ ਤਾਂ ਹੀ ਪਾ ਸਕਦਾ ਹੈ ਜੇ ਉਹ ਆਪਣੇ ਅੰਦਰੋਂ ਆਪਣੀ ਮੱਤ ਨੂੰ ਗਵਾ ਲਵੇ। ਤਾਂ ਗੁਰੂ ਦੀ ਰਹਿਮਤ ਕਰਨ ਅਸੀਂ ਆਪਣੇ ਅੰਦਰੋਂ ਆਪਣੀ ਮੱਤ ਨੂੰ ਗਵਾਈਏ ਔਰ ਗੁਰੂ ਦੱਸੇ ਰਾਹਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰਨ ਦਾ ਯਤਨ ਕਰੀਏ। ਤਾਂ ਅੱਜ ਦੀ ਸਮਾਪਤੀ ਇੱਥੇ ਕਰਦੇ ਹਾਂ।